ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਪੇ ਗੋਪੀ ਕਾਨ ਹੈ ਪਿਆਰਾ, ਬਨ ਆਪੇ ਗਊ ਚਰਾਹਾ। ਆਪੇ ਸਾਵਲ ਸੁੰਦਰਾ ਪਿਆਰਾ, ਆਪੇ ਵੰਸ ਵਜਾਹਾ। ਆਪੇ ਗੋਪੀ ਕਾਨ ਹੈ ਪਿਆਰਾ, ਬਨ ਆਪੇ ਗਊ ਚਰਾਹਾ। ਆਪੇ ਸਾਵਲ ਸੁੰਦਰਾ ਪਿਆਰਾ, ਆਪੇ ਵੰਸ ਵਜਾਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਰਹਿਮਤ ਸਦਕਾ ਜੋ ਆਪਾਂ ਸਾਰੇ ਹੀ ਦਸਮ ਬਾਣੀ ਜੀ ਦੇ ਪਾਠ ਬੋਧ ਰੂਪ ਵਿੱਚ ਸੰਥਿਆ ਕਰ ਰਹੇ ਹਾਂ। ਜੋ ਆਪਾਂ ਨੇ ਪਿਛਲੇ ਪਾਠ ਦੀ ਧਿਆਏ ਦੀ ਸੰਪੂਰਨਤਾ ਕੀਤੀ ਸੀ 274 ਅੰਗ ਤੇ, ਜਿਹਦੇ ਵਿੱਚ ਅਗਾਸੁਰਦੈਤ ਦਾ ਵੱਧ ਕੀਤਾ ਗਿਆ ਸੀ। ਕ੍ਰਿਸ਼ਨ ਜੀ ਵੱਲੋਂ ਅਗਾਸੁਰਦੈਤ ਦਾ ਵੱਧ ਕੀਤਾ ਗਿਆ ਸੀ। ਹੁਣ ਅੱਗੇ ਜੋ ਬਾਣੀ ਆਏਗੀ, ਵਿਚਾਰ ਆਏਗੀ, ਬ੍ਰਹਮਾ ਜੀ ਨੇ ਕ੍ਰਿਸ਼ਨ ਦੇ ਗਵਾਲੇ ਤੇ ਵੱਛੇ ਜਿਹੜੇ ਨਾ ਗਊਆਂ ਸਾਰੇ ਚਰਾ ਕੇ ਲੈ ਜਾਣੇ। ਬੜੇ ਧਿਆਨ ਨਾਲ ਸਰਵਣ ਕਰਿਓ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ। ਜਿੱਥੇ ਪਾਠ ਹੋ ਰਿਹਾ ਹੈ, ਪਹਿਲਾਂ ਅਸੀਂ ਪਾਠ ਸਰਵਣ ਕਰ ਲਈਏ ਦਸਮ ਬਾਣੀ ਜੀ ਦੇ। ਤੇ ਇਹ ਜਿਹੜੀਆਂ ਵਿਚਾਰ ਕਥਾ ਹੈ ਤੁਸੀਂ ਸਰਵਣ ਹੀ ਕਰ ਸਕਦੇ ਹੋ। ਬਹੁਤ ਹੀ ਸਤਿਕਾਰਯੋਗ ਸੰਪਰਦਾਇ ਪਿੰਡਰਾਂ ਦੇ ਮਹਾਨ ਗਿਆਨੀ ਹਰਭਜਨ ਸਿੰਘ ਜੀ ਢੁੱਡੀਕਿਆਂ ਵਾਲੇ, ਉਹਨਾਂ ਨੇ ਕਥਾ ਕੀਤੀ ਹੋਈ ਆ। ਮੈਨੂੰ ਕਈ ਸਿੰਘ ਹੁਕਮ ਕਰ ਦਿੰਦੇ ਨੇ ਤੁਸੀਂ ਕਥਾ ਵੀ ਕਰੋ। ਮੈਂ ਕਿਹਾ ਕਥਾ ਕੀਤੀ, ਸਾਡੇ ਗਿਆਨੀ ਜੀ ਸਤਿਕਾਰਯੋਗ ਨੇ, ਸਾਡੇ ਨਾਲ ਬਹੁਤੇ ਵਿਦਵਾਨ ਨੇ, ਉਹ ਤੁਸੀਂ ਕਥਾ ਸਰਵਣ ਕਰ ਸਕਦੇ ਹੋ। ਤੋ ਇਹ ਪਾਠ ਆਪਾਂ ਜੋ ਪਹਿਲਾਂ ਧਿਆਨ ਨਾਲ ਸੁਣੀਏ, ਨਾਲ ਨਾਲ ਭਾਵੇਂ ਕਥਾ ਵੀ ਨੈੱਟ 'ਤੇ ਹੈ, ਸਭ ਕੁਝ ਸਰਵਣ ਕਰ ਸਕਦੇ ਹੋ। ਜੋ ਕਿਤੇ ਇਹਨਾਂ ਇਕੱਲੇ ਪ੍ਰਕਰਨਾਂ ਦੀ ਸਮਾਂ ਮਿਲਿਆ ਤੇ ਆਪਾਂ ਵਿਚਾਰ ਕਰ ਵੀ ਲਿਆ ਕਰਾਂਗੇ, ਪਰ ਹੁਣ ਤਾਂ ਪਾਠ ਹੀ ਹੋਵੇਗਾ। ਪਾਠ ਲਈ ਧਿਆਨ ਦਿੱਤਾ ਜਾਵੇ, ਪਾਠ ਹੀ ਸ਼ੁੱਧ ਹੋ ਜਾਵੇ। ਗੁਰੂ ਪਾਤਸ਼ਾਹ ਰਹਿਮਤ ਕਰਨ। ਆਓ ਜੋ ਅੱਗੇ ਪ੍ਰਕਰਨ ਆ ਰਿਹਾ ਹੈ, ਬੇਨਤੀ ਜਿਵੇਂ ਕੀਤੀ ਪਹਿਲਾਂ, ਸ਼੍ਰੀ ਕ੍ਰਿਸ਼ਨ ਜੀ ਜੋ ਥੋੜ੍ਹੀ ਉਮਰ ਦੇ ਵਿੱਚ ਬਾਲ ਲੀਲਾ ਕਰ ਰਹੇ ਨੇ, ਤੋਂ ਆਪਣੇ ਗਵਾਲਿਆਂ ਨੂੰ ਨਾਲ ਲੈ ਕੇ ਆਪਣੇ ਜਿਹੜੇ ਡੰਗਰ ਆ, ਗਊਆਂ, ਵੱਛੇ ਬਾਹਰ ਲੈ ਗਏ ਨੇ। ਬ੍ਰਹਮਾ ਜੀ ਨੇ ਉੱਥੇ ਜੰਗਲ 'ਚੋਂ, ਬਿੰਦਰਾਵਨ 'ਚੋਂ ਵੱਛੇ ਚੁਰਾ ਕੇ ਲੈ ਜਾਣੇ, ਗਾਇਬ ਕਰ ਲੈਣੇ ਨੇ। ਅਤੇ ਕ੍ਰਿਸ਼ਨ ਜੀ ਨੇ ਫਿਰ ਕਿਸੇ ਨੂੰ ਪਤਾ ਨਹੀਂ ਲੱਗਣ ਦੇਣਾ, ਉਹ ਵੱਛੇ ਉਵੇਂ ਹੀ ਬਣਾ ਲੈਣੇ ਨੇ। ਫਿਰ ਕਈ ਸਾਲ ਬਾਅਦ, ਸ਼ਾਇਦ ਸਾਲ ਬਾਅਦ ਅੱਗੇ ਆਏਗਾ ਪ੍ਰਕਰਨ, ਤਾਂ ਬ੍ਰਹਮਾ ਜੀ ਨੇ ਆਉਣਾ, ਉਵੇਂ ਵੱਛੇ ਛੱਡ ਜਾਣੇ ਆ ਅਤੇ ਨਾਲੇ ਮੁਆਫੀ ਮੰਗਣੀ ਆ। ਤੋ ਆਓ ਦਰਸ਼ਨ ਦਿਦਾਰੇ ਕਰੀਏ। ਗੁਰੂ ਪਾਤਸ਼ਾਹ ਰਹਿਮਤ ਕਰਨ। ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਜਿਸ 'ਤੇ ਉਹਨਾਂ ਨੇ ਮਹਾਨ ਸਮਾਗਮ ਰਚਿਆ ਹੋਇਆ ਹੈ। ਬਾਣੀ ਪੜ੍ਹਨ ਦੇ ਸਾਨੂੰ
ਇਹ ਉਪਰਾਲੇ ਆਪ ਹੀ ਕਰਵਾਏ ਨੇ। ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਨ, ਰਹਿਮਤ ਕਰਨ ਸਾਡੇ ਸਾਰਿਆਂ ਤੇ, ਸਾਨੂੰ ਸ਼ਰਧਾ ਭਾਵਨਾ ਬਖਸ਼ਿਸ਼ ਕਰਨ, ਕਿਰਪਾਲਤਾ ਕਰਨ, ਸ਼ੁੱਧ ਬਾਣੀ ਪੜ੍ਹਨ ਦੇ, ਸੁਣਨ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਬਲ ਬਖਸ਼ਿਸ਼ ਕਰਨ, ਵਿਵੇਕ ਬੁੱਧੀ ਬਖਸ਼ਿਸ਼ ਕਰਨ। ਆਓ ਜੀ ਪਾਠ ਆਰੰਭ ਕਰੀਏ। 275 ਅੰਗ ਤੋਂ ਉੱਪਰੋਂ ਹੀ ਪਾਠ ਆਰੰਭ ਹੋਵੇਗਾ ਜੀ। 10ਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 275 ਅੰਗ। ਹਾਂਜੀ, ਪਾਠ ਆਰੰਭ ਕੀਤਾ ਜਾਵੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਥ ਬਸ਼ਰੇ ਗੁਆਰ ਬ੍ਰਹਮਾ ਚੁਰੈਬੋ ਕਥਨੰ। ਸਵਈਆ ਰਾਸ਼ਸ ਮਾਰ ਗਏ ਜਮਨਾ ਤਟ। ਜਾਏ ਸਭੋ ਮਿਲ ਅੰਨ ਮੰਗਾਇਓ। ਕਾਨ ਪਰਵਾਰ ਭਰਿਓ। ਮੁਰਲੀ ਕਟ ਖੋਸ ਲਈ। ਮਨ ਮੈਂ ਸੁਖ ਪਾਇਓ। ਕੈ ਸ਼ਮਕਾ ਬਰਖੈ ਛਟਕਾ ਕਰ। ਬਾਮ ਹੂੰ ਸੋ ਸਭ ਹੂੰ ਵਹਿ ਖਾਇਓ। ਮੀਠ ਲਗੇ ਤਿਹ ਕੀ ਉਪਮਾ ਕਰ ਕੈ। ਮੀਠ ਲਗੇ ਤਿਹ ਕੀ ਉਪਮਾ ਕਰ ਕੈ। ਗਤ ਕੈ ਹਰ ਕੇ ਮੁਖ ਪਾਇਓ। ਮੀਠ ਲਗੇ ਤਿਹ ਕੀ ਉਪਮਾ ਕਰ ਕੈ ਗਤ ਕੈ ਹਰ ਕੇ ਮੁਖ ਪਾਇਓ। ਹਾਂਜੀ। ਕੈ ਸ਼ਮਕਾ ਬਰਖੈ ਛਟਕਾ ਬਕਰ। ਬਾਮ ਹੂੰ ਸੋ ਸਭ ਹੂੰ ਵਹਿ ਖਾਇਓ। ਮੀਠ ਲਗੇ ਤਿਹ ਕੀ ਉਪਮਾ ਕਰ ਕੈ ਗਤ ਕੈ ਹਰ ਕੇ ਮੁਖ ਪਾਇਓ। ਕਉ ਡਰੈ ਹਰ ਕੇ ਮੁਖ ਗਰਾਸ। ਠਗਾਏ ਕਉ ਆਪਣੇ ਮੁਖ ਡਾਰੇ। ਹੋਏ ਗਏ ਤਨ ਮੈਂ ਕਛ ਨਾਮਕ। ਖੇਲ ਕਰੋ ਸੰਗ ਕੰਨ ਰਕਾਰੇ। ਤਾ ਛਿਨ ਲੈ ਬਸ਼ਰੇ ਬ੍ਰਹਮਾ। ਇਕੱਠੇ ਕਰ ਕੈ ਸੋ ਕੁਟੀ ਮਦ ਡਾਰੇ। ਢੂੰਡ ਫਿਰੈ ਨਾ ਲਹੈ ਸੋ ਕਰੈ। ਬਸ਼ਰੇ ਅਰ ਗੁਆਰਨ ਏਕਰ ਤਾਰੇ। ਦੋਹਰਾ ਜਬੈ ਹਰੇ ਬ੍ਰਹਮਾ ਇਹ। ਤਬ ਹਰ ਜੀ ਤਤਕਾਲ। ਕਿਦੋ ਬਨਾਏ ਛਿਨਕ ਮੈਂ ਬਸ਼ਰੇ ਸੰਗ ਗਵਾਲ। ਫਿਰ ਪੜੋ ਕਿਦੋਂ ਬਣਾਏ। ਐਂ ਲੱਗਦਾ ਮੈਨੂੰ ਭੁਲੇਖੇ ਪਿਆ ਸ਼ਾਇਦ ਜਿਵੇਂ ਬੱਬੇ ਨੂੰ ਸਿਆਰੀ ਲੱਗੇ ਹੋਏ। ਬਿਨਾਏ ਕਹਤਾ ਵਾ ਪਰ ਬਣਾਏ ਕਰੋ ਪਾਠ। ਦੁਬਾਰਾ ਫਿਰ ਪੜਦਾ ਕੋਈ ਨਾ। ਕਿਦੋ ਬਨਾਏ ਛਿਨਕ ਮੈਂ ਬਸ਼ਰੇ ਸੰਗ ਗਵਾਲ। ਸਵਈਆ ਰੂਪ ਉਹੀ ਪਟ ਕੇ ਰੰਗ ਹੈ। ਵਹਿ ਰੰਗ ਵਹਿ ਤੇ ਵਿਸਰਾਮ। ਰੂਪ ਉਹੀ ਪਟ ਕੇ ਰੰਗ ਹੈ। ਵਹਿ ਉਹੀ ਰੂਪ ਬੱਚਿਆਂ ਦੇ, ਉਹੀ ਗਵਾਲਿਆਂ ਦੇ ਜਿਹੜੇ ਬਸਤਰ ਨੇ, ਉਹੀ ਗਵਾਲੇ ਜੋ ਕ੍ਰਿਸ਼ਨ ਜੀ ਵਾਹਿਗੁਰੂ ਜੀ ਬ੍ਰਹਮਾ ਜੀ ਨੇ ਚੱਕ ਲੈ ਗਏ ਨਾ ਸਾਰੇ ਗਵਾਲਿਆਂ ਨੂੰ। ਤੇ ਕ੍ਰਿਸ਼ਨ ਜੀ ਨੇ ਫਟਾਫਟ ਆਪਣੀ ਦਿਵਯ ਦ੍ਰਿਸ਼ਟੀ ਨਾਲ ਉਹ ਉਦੋਂ ਹੀ ਪੈਦਾ ਕਰ ਲਏ ਨੇ। ਉਹ ਲੈ ਗਿਆ ਤਾਂ ਲੈ ਗਿਆ ਸਹੀ, ਉਹਨਾਂ ਨੇ ਹੋਰ ਪੈਦਾ ਕਰ ਲਿਆ। ਤੇ ਉਹਦੇ ਰੂਪ ਵੀ ਉਹੀ ਹੈ, ਪਟ ਕੇ ਰੰਗ ਹੈ। ਵਹਿ ਕੱਪੜੇ ਬਸਤਰ ਵੀ ਉਹੇ ਨੇ। रूप ही पटके रंग है वह रंग वह सब ही बछड़ा को बछड़िया गावियां दे कोई डब खड़ब्बी सी कोई मीणी सी गां कहते सिंग सीधे सी विंगे सी ते जो जे पहला सीगे डंगर गौआं वच्छे ओहो जी बना ले ओहो जी बच्चे बना ले ग्वाले। हाँ जी रूप ओही पट के रंग है वह रंग वह सब ही बछड़ा को सांझ परी सो गए हर जी ग्रह कोय लखै ग्रह ते विश्राम सांझ परी सो गए हर जी ग्रह कोय लखै तनो बालका को मात पिता सो लखे ना लखे एक आद को नाम मनी मन जा को मनी मन जा पाठ इकट्ठा मनी मन जा को। हाँ मात पिता सो लखे ना लखे एक आद को नाम मनी मन जा को बात यही समझी मन में यह है अब खेल समाप्त वाको चूम लयो जसदा सुत को सिर कान बजाए उठे मुरली तो बाल लखे अपने ना किनी जन गोद वरी तेह बाल लखे अपने ना किनी
ਜਨ ਗੋਦ ਭਰੀ ਤੇ ਕੋ ਹਿਤ ਕੀਜੋ। ਬਾਲ ਲਖੇ ਆਪਣੇ ਨਾ ਕਿਨੀ, ਜਨ ਗੋਦ ਵਰੀ ਤਿਹ ਸੋ ਹਿਤ ਕੀਜੋ। ਹੋਤ ਕੋਲਾਹਲ ਪੈ ਬ੍ਰਿਜ ਮੈਂ, ਨਹਿ ਹੋਤ ਇਤੈ ਸੋ ਕਹੂੰ ਕਿਮ ਬੀਤੋ। ਗਾਵਤ ਗੀਤ ਸਨੈ ਹਰ ਗਵਾਰਨ, ਲੇਹ ਬੁਲਾਏ ਬਧੂ ਬ੍ਰਿਜ ਕੀ ਸੋ। ਸਵਈਆ ਪ੍ਰਾਤ ਭਏ ਹਰ ਜੀ ਉਠ ਕੈ, ਬਨ ਬੀਚ ਗਏ ਸੰਗ ਲੈ ਕਰ ਬਛੇ। ਗਾਵਤ ਗੀਤ ਫਿਰਾਵਤ ਹੈ, ਛਟਕਾ ਗ੍ਰਹਿ ਗੁਆਰ ਸਭੈ ਕਰ ਹੱਛੇ। ਖੇਲਤ ਖੇਲਤ ਨੰਦ ਕੋ ਨੰਦ, ਸੋ ਆਪ ਹੀ ਤੇ ਗਿਰ ਕੋ ਉਠ ਗਛੇ। ਕੋ ਕਹੈ ਇਹ ਖੇਦ ਗਹਿ ਹਮ, ਕੋ ਕਹੈ ਇਹ ਨਾਹਨ ਨੱਛੇ। ਸਵਈਆ ਹੋਏ ਇਕੱਤਰ ਸਨੇ ਹਰ ਗਵਾਰਨ, ਲੈ ਆਪਣੇ ਸੰਗ ਪੈ ਸਭ ਗਾਈ। ਦੇਖਤ ਹਾਂ, ਇਹ ਜਿਵੇਂ ਪਾਠ ਤੇ ਗਾਈ ਕੀਤਾ ਗਿਆ ਹੈ, ਗਾਈ ਨਹੀਂ ਗਾਈ ਨਹੀਂ ਪਾਠ ਕਰ ਦੇਣਾ, ਤੇ ਥੋੜਾ ਨਾਸਕੀ ਬੋਲਣਾ ਪਏਗਾ ਇੱਥੇ। ਸਭ ਗਾਈ ਗਊਆਂ ਸਾਰੀਆਂ, ਤੇ ਅਗਲੇ ਜਿਹੜੇ ਪਾਠ ਆ ਰਹੇ ਨੇ ਉਹਨਾਂ ਦੇ ਉਹ ਨਾਸਕੀ ਨਹੀਂ ਬੋਲਣੇ। ਜਿਵੇਂ ਸਭਾ ਉਠਤਾ ਆਈ, ਤਨ ਨੈਣਨ ਮਾਈ, ਬਾਤ ਸੁਣਾਈ, ਉਹ ਉੱਦਾਂ ਹੀ ਕਰਨੇ ਨੇ। ਇੱਥੇ ਜਿਹੜਾ ਹੈ ਗਾਈ, ਇਹਨੂੰ ਨਾਸਕੀ ਉਚਾਰਨ ਕਰਨਾ ਧਿਆਨ ਰੱਖਿਆ ਜਾਵੇ, ਪਰ ਅਗਲੇ ਜਿਹੜੇ ਉਹ ਨੇ। ਚਲੋ। ਹੋਏ ਇਕੱਤਰ ਸਨੇ ਹਰ ਗਵਾਰਨ, ਲੈ ਆਪਣੇ ਸੰਗ ਪੈ ਸਭ ਗਾਈ। ਦੇਖਤ ਨੈ ਗਿਰ ਕੇ ਸਿਰ ਤੇ, ਮਨ ਮੋਹ ਵਢਾਏ ਸਭੈ ਉਠ ਧਾਈ। ਗੋਪ ਗਏ ਤਿਨ ਪੈ ਚੱਲ ਕੈ, ਜਬ ਜਾਤ ਪਿਖੀ ਤਿਨ ਨੈਣਨ ਮਾਈ। ਰੋਹ ਭਰੇ ਸੋ ਖਰੇ ਨਾ ਟਰੇ, ਸੁਤ ਨੰਦ ਹੈ ਕੇ ਕਹ ਬਾਤ ਸੁਨਾਈ। ਠੀਕ ਆ। ਨੰਦ ਬਾਚ ਕਾਨ ਪ੍ਰਤ, ਸਵਈਆ ਕਿਉ ਸੁਤ ਗਊਨ ਲਿਆਏ ਇਹਾਂ। ਇਹ ਤੈ ਹਮਰੋ ਸਭ ਹੀ ਦਦ ਖੋਇਓ, ਚੂੰਗ ਗਏ ਬਸ਼ਰਾ ਇਨ ਕੋ। ਇਹ ਤੇ ਹਮਰੇ ਮਨ ਮੈਂ ਭ੍ਰਮ ਹੋਇਓ, ਕਾਨ ਫਰੇਬ ਕਰਿਓ ਤਿਨ ਸੋ। ਮਨ ਮੋਹ ਮਹਾ ਤਿਨ ਕੇ ਜੋ ਕਰੋਇਓ। ਬਾਰ ਭਇਓ ਤਤ ਕ੍ਰੋਧ ਮਨੋ, ਤਿਹ ਮੈਂ ਜਲ ਸੀਤਲ ਮੋਹ ਸਮੋਇਓ। ਸਵਈਆ ਮੋਹ ਬੜਿਓ ਤਿਹ ਕੇ ਮਨ ਮੈਂ, ਨਹਿ ਛੋੜ ਸਕੈ ਆਪਨੋ ਸੁਤ ਕੋ। ਗਊਨ ਛੋੜ ਸਕੈ ਬਸ਼ਰੇ, ਇਤਨੋ ਮਨ ਮੋਹ ਕਰੈ ਤਬ ਸੋ। ਪੈ ਗਰੂਏ ਗ੍ਰਹਿ ਗੇ ਸੰਗ ਲੈ, ਤਨ ਚੌਕ ਹਲੀ ਇਹ ਬਾਤ ਲਖੋ। ਦੇਵ ਡਰੀ ਮਮਤਾ ਇਨ ਪੈ, ਕੇ ਚਰਿਤਰ ਕਦੋ ਹਰ ਕੋ ਇਹ ਹੋ। ਦੇਵ ਡਰੀ ਮਮਤਾ ਇਨ ਪੈ, ਕਿ ਚਰਿਤਰ ਕਦੋ ਹਰ ਕੋ ਇਹ ਹੋ। ਇੱਥੇ ਦੇਵ ਦਾ ਅਰਥ ਅਕਾਲ ਸ਼ਕਤੀ ਹੈ। ਦੇਵ ਡਰੀ ਮਮਤਾ, ਇਹ ਫਿਰ ਧਿਆਨ ਰੱਖਿਓ। ਦੇਵ ਦਾ ਅਰਥ ਅਕਾਲ ਸ਼ਕਤੀ ਹੈ, ਅਤੇ ਕ੍ਰਿਸ਼ਨ ਵਿਸ਼ਨੂੰ ਭਗਵਾਨ ਸ਼ਕਤੀ ਅਲੱਗ ਕਰਕੇ ਦਿਖਾਈ ਹੈ। ਇਹ ਜਰਾ ਧਿਆਨ ਦੇਣ ਵਾਲੀ ਗੱਲ ਹੈ। ਦੇਵ ਸ਼ਕਤੀ ਪਰਮੇਸ਼ਰ ਦੀ ਸ਼ਕਤੀ, ਤੇ ਕ੍ਰਿਸ਼ਨ ਦੀ ਸ਼ਕਤੀ ਨੂੰ ਜਰਾ ਕੁ ਵੱਖਰਾ ਕਰਿਆ ਹੋਇਆ, ਕਿਉਂ ਕ੍ਰਿਸ਼ਨ ਵਿਸ਼ਨੂੰ ਦੇ ਅਵਤਾਰ ਨੇ, ਆਏ ਪਰਮੇਸ਼ਰ ਜੀ ਦੇ ਪ੍ਰਭੂ ਜੀ ਦੇ ਹੁਕਮ ਅਨੁਸਾਰ ਨੇ। ਪਿੱਛੇ ਆਪਾਂ ਨੇ ਸਰਵਣ ਕੀਤਾ ਜਦੋਂ ਕ੍ਰਿਸ਼ਨ ਅਵਤਾਰ ਆਰੰਭ ਹੋਇਆ, ਧਰਤੀ ਜਦੋਂ ਪਾਪਾਂ ਨਾਲ ਡਾਵਾਂਡੋਲ ਹੋਈ ਹੈ, ਧਰਤੀ ਨੇ ਪੁਕਾਰ ਕੀਤੀ ਹੈ, ਤੇ ਫਿਰ ਬ੍ਰਹਮਾ ਜੀ ਨੂੰ ਨਾਲ ਲੈ ਕੇ ਪਰਮੇਸ਼ਰ ਜੀ ਕੋਲ ਗਏ ਨੇ। ਧਰਤੀ ਦੀ ਪੁਕਾਰ ਸੁਣੀ ਬ੍ਰਹਮਾ ਜੀ ਨੇ। ਬ੍ਰਹਮਾ ਜੀ ਤੇ ਧਰਤੀ, ਇਹਨਾਂ ਨੇ ਅਰਦਾਸ ਕੀਤੀ ਪਰਮੇਸ਼ਰ ਜੀ ਕੋਲ, ਪਰ ਪਰਮੇਸ਼ਰ ਹੈ ਅਦ੍ਰਿਸ਼ ਹੈ, ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਬਹੁਤ ਆਏ ਹੋਵੇ ਡਾਣ। ਸੋ ਅਦ੍ਰਿਸ਼ ਪ੍ਰਭੂ ਨੂੰ
ਸਾਮਰਥਕ ਜਾਣ ਕਰਕੇ ਅਰਦਾਸ ਕੀਤੀ ਹੈ। ਉਹ ਤੋਂ ਫਿਰ ਆਕਾਸ਼ ਬਾਣੀ ਹੋਈ ਹੈ ਪ੍ਰਭੂ ਜੀ ਵੱਲੋਂ। ਕਿਉਂ ਵੇਖਿਆ ਉਹ ਵੇਖ, ਪਰ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਨਾ। ਉਹ ਆਕਾਸ਼ ਬਾਣੀ ਹੋਈ ਹੈ। ਆਕਾਸ਼ ਬਾਣੀ ਇਹ ਹੋਈ ਹੈ, ਵਿਸ਼ਨੂੰ ਨੂੰ ਕਿਹਾ ਵੀ ਜਾ ਤੂੰ ਸਰੂਪ ਧਰ ਜਾ ਕੇ, ਤੇ ਉਹ ਕ੍ਰਿਸ਼ਨ ਰੂਪ ਜੀ ਫਿਰ ਵਿਸ਼ਨੂੰ ਜੀ ਹੋ ਕੇ ਆਏ ਨੇ। ਉਹੀ ਦੇਵ ਪਰਮੇਸ਼ਰ ਜੀ ਨੇ ਵਿਸ਼ਨੂੰ ਜੀ ਨੂੰ ਕ੍ਰਿਸ਼ਨ ਅਵਤਾਰ ਕਰਕੇ ਧਰਤੀ ਤੇ ਪਾਪ ਦੂਰ ਕਰਨ ਲਈ ਭੇਜਿਆ ਹੋਇਆ ਹੈ। ਉਸ ਦੇਵ ਪ੍ਰਭੂ ਨੇ ਇਹ ਮਮਤਾ ਧਾਰਨ ਕੀਤੀ। ਦੇਵ ਪ੍ਰਭੂ ਜੀ ਪਰਮੇਸ਼ਰ ਜੀ ਅਤੇ ਕ੍ਰਿਸ਼ਨ ਜੀ ਜਰਾ ਕੋ ਵੱਖ ਵੱਖ ਨੇ, ਹੈ ਸ਼ਕਤੀ ਉਸੇ ਦੀ, ਇਹ ਧਿਆਨ ਦੇਣਾ। ਚਲੋ ਜੀ ਫਿਰ ਪੜ੍ਹ ਦੋ। ਦੇਵ ਡਰੀ ਮਮਤਾ ਇਨ ਪੈ ਕੇ ਚਰਿਤਰ ਕਿਦੋ ਹਰ ਕੋ ਇਹ ਹੋ। ਸਾਲ ਬਤੀਤ ਭਏ ਜਬ ਹੀ ਹਰ ਜੀ ਬਨ ਬੀਜ ਗਏ ਦਿਨ ਕੌਣ ਦੇਖਨ ਕੌਤਕ ਕਉ ਚਤੁਰਾਨਨ ਸੀਗਰ ਭਇਓ ਤਿਹ ਕੋ ਉਠ ਗਾਉਨ। ਗਵਾਰ ਵਹ ਬਸ਼ਰੇ ਸੰਗ ਹੈ ਵਹ ਤੇ ਗਵਾਰ ਵਹ ਬਸ਼ਰੇ ਸੰਗ ਹੈ ਵਹ ਚਕਰਤ ਜਾਏ ਗਇਓ ਹੋਏ ਤਉਨ। ਐਸਾ ਹੋਇਆ ਜਦੋਂ ਬਛੜੇ ਪਿੱਛੇ ਆਪਾਂ ਨੇ ਸਰਵਣ ਕੀਤਾ ਵੀ ਕ੍ਰਿਸ਼ਨ ਜੀ ਦੇ ਬਛੜੇ ਦੇ ਗਵਾਲੇ ਚਰਾ ਕੇ ਲੈ ਗਏ ਬ੍ਰਹਮਾ ਜੀ। ਇਸ ਤਰ੍ਹਾਂ ਇਸ ਖੇਡ ਨੂੰ ਚਲਦਿਆਂ ਚਲਦਿਆਂ ਇੱਕ ਸਾਲ ਬੀਤ ਗਿਆ ਸੀ। ਇਸ ਗੱਲ ਦਾ ਕਿਸੇ ਨੂੰ ਹੋਰ ਭੇਦ ਨਹੀਂ ਸੀ। ਕ੍ਰਿਸ਼ਨ ਜੀ ਜਾਣਦੇ, ਬ੍ਰਹਮਾ ਵੀ ਜਾਣਦੇ, ਗਵਾਲਿਆਂ ਨੂੰ ਨਹੀਂ ਪਤਾ ਸੀ, ਕਿਉਂ ਤਾਂ ਉਹਦੇ ਪੈਦਾ ਕਰ ਲਏ। ਤੋ ਇੱਕ ਕਿਸੇ ਦਿਨ ਕ੍ਰਿਸ਼ਨ ਜੀ ਜੰਗਲ ਵਿੱਚ ਇਕੱਲੇ ਹੀ ਚਲੇ ਗਏ। ਉਧਰ ਬ੍ਰਹਮਾ ਜੀ ਵੀ ਇਸ ਕੌਤ ਨੂੰ ਦੇਖਣ ਵਾਸਤੇ ਆ ਗਏ ਨੇ ਸੁਬਹ ਸੁਬਹ। ਸੋ ਸਵੇਰੇ ਉੱਠ ਕੇ ਆ ਗਿਆ ਤੇ ਗਊਆਂ ਦੇ ਗਵਾਲਿਆਂ ਤੋਂ ਬਿਨਾਂ ਕ੍ਰਿਸ਼ਨ ਜੀ ਨਾਲ ਕੀ ਬੀਤਦੀ ਹੈ। ਉਹਨੇ ਕਿਹਾ ਵੀ ਹੁਣ ਗਵਾਲੇ ਤਾਂ ਉਹਦੇ ਕੋਲ ਹੈ ਹੀ ਨਹੀਂ ਹੈ। ਕ੍ਰਿਸ਼ਨ ਬ੍ਰਹਮਾ ਨੇ ਕਿਹਾ ਵੀ ਗਵਾਲੇ ਤਾਂ ਹੋਣੇ ਹੀ ਨਹੀਂ, ਉਹਨੂੰ ਵੇਖੇ ਭਲਾ ਕੀ ਬੀਤਦੀ ਹੋਊਗੀ। ਪਰ ਜਦੋਂ ਆਇਆ ਤੇ ਦੇਖਿਆ ਵੀ ਤੇ ਗਵਾਲੇ ਦੇ ਨਾਲ ਹੀ ਨੇ, ਬਛੜੇ ਵੀ ਨਾਲ ਹੀ ਨੇ। ਗਵਾਰ ਵਾਹ ਬਛੜੇ ਸੰਗ ਹੈ ਵਾਹ, ਗਵਾਲੇ ਵੀ ਨਾਲ ਨੇ, ਬਛੜੇ ਵੀ ਨਾਲ ਹੀ, ਬੱਚੇ ਵੀ ਗਊਆਂ। ਚੱਕਰਤ ਜਾਏ ਗਇਓ ਹੋਏ ਤੌਣ ਹੈ। ਉਸ ਤਾਂ ਬ੍ਰਹਮਾ ਜੀ ਫਿਰ ਉਸ ਸਮੇਂ ਆਣ ਕੇ ਅਚਰਜ ਬਿਸਮਾਦ ਹੋ ਗਿਆ ਸੀ। ਫਿਰ ਉਹਨੂੰ ਦੇਖ ਕੇ ਇਹ ਸਾਰਾ ਕੌਤਕ ਦੇਖ ਤਰੇ ਡਰ ਕੇ ਪਰ ਪਾਇਨ ਆਏ ਕਿ ਆਨੰਦ ਧੁੰਦ ਪਛਾਉਣਾ। ਆਣ ਕੇ ਫਿਰ ਬੇਨਤੀ ਕੀਤੀ ਬ੍ਰਹਮਾ ਜੀ ਨੇ। ਅੱਗੇ ਬੇਨਤੀਆਂ ਸਰਵਣ ਕਰਾਂਗੇ, ਆਹ ਪਾਠ ਸਰਵਣ ਕਰਿਓ। ਥੋੜਾ ਇਸ਼ਾਰੇ ਮਤਰ ਦੱਸਣਾ ਪੈਂਦਾ। ਹਾਂਜੀ। ਗਵਾਰ ਵਹ ਬਸ਼ਰੇ ਸੰਗ ਹੈ ਵਹ ਚਕਰਤ ਜਾਏ ਗਇਓ ਤਿਹ ਚਕਰਤ ਜਾਏ ਗਇਓ ਹੋਏ ਤਉਨ। ਦੇਖ ਤਨ ਡਰ ਕੈ ਪਰ ਪਾਇਨ ਆਏ ਕੈ ਆਨੰਦ ਧੁੰਦ ਬਛਾਉਨ। ਬ੍ਰਹਮਾ ਬਾਚ ਕਾਨਜੂ ਪ੍ਰਤ ਸਵਈਆ ਹੇ ਕਰੁਣਾ ਨਿਧ ਹੇ ਜਗ ਕੇ ਪਤ ਅਚੁੱਤ ਹੇ ਬਿਨਤੀ ਸੁਨ ਲੀਜੈ। ਚੂਕ ਭਈ ਹਮ ਤੇ ਤੁਮਰੀ ਤਿਹ ਤੇ ਅਪਰਾਧ ਸਮਾਪਨ ਕੀਜੈ। ਕਾਨ ਕਹੀ ਇਹ ਬਾਤ ਸਿਮੀ ਹਮ ਨਾ ਬਿਖ ਅੰਮ੍ਰਿਤ ਛਾੜ ਕੇ ਪੀਜੈ। ਹਮ ਤੇ ਵਿਸਰਾਮ ਲਾਈਏ, ਜਿਹਦਾ ਅਰਥ ਬਣੇਗਾ ਪਹਿਲਾਂ ਬ੍ਰਹਮਾ ਨੇ ਬੇਨਤੀ ਕੀਤੀ ਹੈ, ਮਹਾਰਾਜ ਮੈਨੂੰ ਮਾਫ ਕਰ ਦਿਓ, ਹੇ ਕਿਰਪਾਲੂ ਜੀ ਮੈਂ ਅਪਰਾਧ ਬੜਾ ਕੀਤਾ, ਮੇਰਾ ਅਪਰਾਧ ਜਿਹੜਾ ਹੈ ਮੈਨੂੰ क्षमा ਕਰ ਦਿਓ ਜੀ। ਤੇ ਕਾਨ ਜੀ ਕਹਿੰਦੇ ਕਾਨ ਕਹੀ ਇਹ ਬਾਤ ਛਿਮੀ ਹਮ, ਮੈਂ ਤੈਨੂੰ ਮਾਫ ਕਰ ਦਿੱਤਾ। ਨਾ ਬਿਖ ਅੰਮ੍ਰਿਤ ਛਾੜ ਕੇ ਪੀਜੇ, ਅੰਮ੍ਰਿਤ ਛੱਡ ਕੇ ਜ਼ਹਿਰ ਨਾ ਖਾ। ਉਹ ਕੀ ਹੈ, ਜਿਸ ਦਾ ਭਾਵ ਹੈ ਕਿ ਦੋਸ਼ੀ ਦਾ ਦੋਸ਼ ਮਾਫ ਕਰ ਦੇਣਾ, ਅੰਮ੍ਰਿਤ ਪੀ ਲੈਣਾ ਹੈ। ਅਤੇ ਦੋਸ਼ ਨੂੰ ਨਾ ਬਖਸ਼ਣਾ ਇੱਕ ਜ਼ਹਿਰ ਪੀਣ ਦੇ ਤੁੱਲ ਹੁੰਦਾ। ਇਹ ਬੜੀਆਂ ਸੱਚੇ ਪਾਤਸ਼ਾਹ ਨੇ ਬੇਅੰਤ ਐਸੀਆਂ ਸਾਖੀਆਂ ਤੇ ਫਿਲਾਸਫੀ ਰੱਖੀ ਹੋਈ ਹੈ। ਇਹ ਕਵੀ ਜੀ ਦਾ, ਸਾਹਿਬ ਕਮਾਲ ਜੀ ਦਾ ਆਪਣਾ ਇੱਕ ਕਵਿਤਾ ਦਾ ਕਮਾਲ ਹੈ। ਉੱਥੇ ਇਹਦਾ ਸਿੱਟਾ ਇਹ ਕੱਢਿਆ, ਕਾਨ ਕਹੀ ਇਹ ਬਾਦਸ਼ਾਹ ਵੀ ਹਮ, ਮੈਂ ਤੈਨੂੰ ਮਾਫ ਕਰ ਦਿੱਤਾ। ਕ੍ਰਿਸ਼ਨ ਜੀ ਕਹਿੰਦੇ ਨਾਮ ਬਿਖ ਅੰਮ੍ਰਿਤ ਛਾੜ ਕੇ ਪੀਜੈ।
ਅੰਮ੍ਰਿਤ ਛੱਡ ਕੇ ਜ਼ਹਿਰ ਨਾ ਪੀਜੇ ਭਾਈ। ਭਾਵ ਮਾਫ ਕਰ ਦੇਣਾ ਇੱਕ ਅੰਮ੍ਰਿਤ ਦੇ ਤੁੱਲ ਹੈ, ਤੇ ਦੋਸ਼ ਨੂੰ ਨਾ ਮਾਫ ਕਰਨਾ ਇੱਕ ਜ਼ਹਿਰ ਦੇ ਤੁੱਲ ਹੈ। ਇਹ ਗੁਰਮੁਖਾਂ ਦੀ ਅਵਸਥਾ ਹੈ। ਗੁਰਮੁਖ ਵੈਰ ਵਿਰੋਧ ਗਵਾਵਾ। ਗੁਰਮੁਖ ਵੈਰ ਵਿਰੋਧ ਨਹੀਂ ਰੱਖਦੇ। ਤੇ ਮਹਾਂਪੁਰਸ਼ ਦੱਸਦੇ ਹੁੰਦੇ ਸਨ, ਕਹਿੰਦੇ ਬਈ ਗੁਰਮੁਖਾਂ ਦੀ ਹੁੰਦੀ ਪਾਣੀ ਤੇ ਲਕੀਰ, ਤੇ ਮਨਮੁਖਾਂ ਦੀ ਹੁੰਦੀ ਲੋਹੇ ਤੇ ਲਕੀਰ। ਜੇ ਕਿਤੇ ਮਾੜਾ ਮੋਟਾ ਦਾਤਣ ਕੁਰਲਾ ਸਿੱਖਾਂ ਦਾ ਹੋ ਜਾਂਦਾ ਬੋਲ ਬਲਾਪ ਸਵੇਰ ਦੀ, ਤੇ ਗੁਰਮੁਖ ਨਹੀਂ ਰੱਖਦੇ। ਤੇ ਮਨਮੁਖ ਆਪਣੇ ਮਨ ਵਿੱਚ ਘੜ ਕੇ ਰੱਖਦਾ, ਉਹ ਬਦਲੇ ਦੀ ਭਾਵਨਾ ਬਣਾਈ ਰੱਖਦਾ, ਉਹਨੂੰ ਮਨਮੁਖ ਕਹਿੰਦੇ ਨੇ। ਤੇ ਗੁਰਮੁਖਾਂ ਦਾ ਜਿਹੜਾ ਆਉਂਦਾ ਗੁਰਮੁਖ ਵੈਰ ਵਿਰੋਧ ਗਵਾਵ ਹੈ। ਵੈਰ ਵਿਰੋਧ ਗੁਰਮੁਖ ਨਹੀਂ ਰੱਖਦੇ। ਹਾਂਜੀ ਚਲੋ ਜੀ। ਕਾਨ ਕਹੀ ਇਹ ਬਾਤ ਸਿਮੀ ਹਮ, ਨਾ ਬਿਖ ਅੰਮ੍ਰਿਤ ਛਾੜ ਕੇ ਪੀਜੈ। ਲਿਆਓ ਕਹਿਓ ਨਾ ਲਿਆਏ ਹੋ ਜਾਹ, ਸਿਤਾਬ ਅਈਓ ਨਹੀਂ ਢੀਲ ਕਰੀਜੈ। ਉਹ ਕਹਿੰਦਾ ਲਿਆਓ, ਤੂੰ ਬੱਚੇ ਲਿਆਇਆ? ਕਹਿੰਦਾ ਨਹੀਂ ਲਿਆਇਆ ਤਾਂ ਨਹੀਂ। ਕਹਿੰਦਾ ਜਾ ਲੈ ਕੇ ਆ ਛੇਤੀ, ਢਿੱਲ ਨਾ ਕਰੀ ਜਾ। ਬੱਚੇ ਤੇ ਗਊਆਂ ਲਿਆ, ਤੂੰ ਲਿਆ। ਫਿਰ ਪਹਿਲਾਂ ਸੀਗੇ ਉਹ ਜਿਹੜੇ ਪਹਿਲਾਂ ਬਣਾਏ ਸੀ ਕਿਸੇ ਨੇ, ਉਹ ਫਿਰ ਸਮਾਪਤ ਹੋ ਜਾਣੇ ਨੇ। ਇਹ ਐਸੀ ਇੱਕ ਧਿਆਨ ਨਾਲ ਇਸ ਪ੍ਰਕਰਨ ਸਾਰੇ ਪੜ੍ਹਨ ਵਾਲੇ ਨੇ। ਹਾਂਜੀ ਚਲੋ। ਲੈ ਬਸ਼ਰੇ ਬ੍ਰਹਮਾ ਤਬ ਹੀ, ਛਿਨ ਮੈਂ ਚਲ ਕੈ ਹਰ ਜੀ ਪਹਿਆਇਓ। ਕਾਨ ਮਿਲੇ ਜਬ ਹੀ ਸਭ ਗਵਾਰ, ਤਬੈ ਮਨ ਮੈਂ ਤਿਨਹੂ ਸੁਖ ਪਾਇਓ। ਲੋਪ ਭਇਓ ਸੰਗ ਕੇ ਬਛਰੇ, ਤਬ ਭੇਦ ਕਿਨੀ ਲਖ ਜਾਨ ਨਾ ਪਾਇਓ। ਬਾਲ ਬੁਝੀ ਨਾ ਕਿਨੀ ਉਠ ਬੋਲ, ਸੋ ਲਿਆਓ ਵਹ ਹਮ ਜੋ ਮਿਲ ਖਾਇਓ। ਹੋਏ ਇਕੱਤਰ ਕਿਦੋ ਬ੍ਰਿਜ ਬਾਲਕ, ਅੰਨ ਅਚਿਓ ਸਭਨੋ ਜੋ ਪੁਰਾਨੋ। ਪੁਰਾਣੋ ਅਨ ਸਾਲ ਦੀ ਗੱਲ ਆ, ਤੇ ਜਣਾ ਵੀ ਹਲੇ ਇਕੱਠੇ ਬੈਠੇ ਨੇ। ਹੈ ਸਾਲ ਹੋ ਗਿਆ ਇਸ ਗੱਲ ਨੂੰ। ਤੇ ਜਦੋਂ ਲਿਆਓ ਵੀ ਪ੍ਰਸ਼ਾਦਾ ਛਕੇ ਪ੍ਰਸ਼ਾਦਾ ਕਰੀਏ, ਉਹ ਜਣਾ ਉਦੋਂ ਹੀ ਬੈਠੇ ਨੇ। ਕਿਸੇ ਨੂੰ ਪਤਾ ਨਹੀਂ ਲੱਗਾ, ਕ੍ਰਿਸ਼ਨ ਜੀ ਨੂੰ ਪਤਾ ਜਾਂ ਬ੍ਰਹਮਾ ਜੀ ਨੂੰ ਪਤਾ। ਹਾਂਜੀ ਚਲੋ ਜੀ। ਹੋਏ ਇਕੱਤਰ ਕਿਦੋ ਬ੍ਰਿਜ ਬਾਲਕ, ਅੰਨ ਅਚਿਓ ਸਭਨੋ ਜੋ ਪੁਰਾਨੋ। ਕਾਨ ਕਹੀ ਹਮ ਨਾਗ ਹਨਿਓ, ਹਰ ਕੋ ਇਹ ਖੇਲ ਕਿਨੀ ਨਹਿ ਜਾਨੋ। ਹੋਏ ਪ੍ਰਸੰਨ ਮਹਾ ਮਨ ਮੈਂ, ਗਰੜਾ ਤੁਝ ਕੋ ਕਰ ਰਛਕ ਮਾਨੋ। ਦਾਨ ਦਇਓ ਹਮ ਕੋ ਜੀ ਕੋ, ਇਹ ਮਾਤ ਪਿਤਾ ਬਹਿ ਜਾਏ ਬਖਾਨੋ। ਇਤ ਬ੍ਰਹਮਾ ਬਛਰੇ ਆਨ ਪਾਏ ਪਰਾ, ਅਥ ਤੇਨਕ ਦੈਤ ਬਦ ਕਥਨੰ ਸਵਈਆ। 12 ਸਾਲ ਬਤੀਤ ਭਏ, ਤੋ ਲਗੇ ਤਬ ਕਾਨ ਚਰਾਵਨ ਗਾਈ। ਹਾਂਜੀ ਜਿਵੇਂ ਗਾਈ ਪਾਠ ਹੋਇਆ ਪਿੱਛੇ ਵੀ ਦੱਸਿਆ ਸੀਗਾ, ਇੱਥੇ ਵੀ ਇਹੀ ਨਾਸਕੀ ਪਾਠ ਕਰਨਾ ਹੈ ਜੀ। ਤੇ ਅਗਲੇ ਜਿਹੜੇ ਪਾਠ ਆ ਦਾਈ ਪਾਈ ਬਣਾਈ, ਉਹ ਜਿਹੜੇ ਨਾਸਕੀ ਨਹੀਂ ਹੈ। ਇਹ ਇਕੱਲਾ ਹੀ ਪਾਠ ਨਾਸਕੀ ਹੈ। ਤੋ ਇੱਥੇ ਜਿਹੜੀ ਪੰਕਤੀ ਵਿੱਚ ਪੜ੍ਹੀ ਆ, ਕ੍ਰਿਸ਼ਨ ਜੀ 12 ਸਾਲ ਦੇ ਹੋ ਗਏ ਨੇ, ਲੀਲਾ ਚੱਲ ਰਹੀ। 12 ਸਾਲ ਬਤੀਤ ਭਏ, ਤੋ ਲੱਗੇ ਤਬ ਕਾਨ ਚਰਾਵਨ ਗਾਈ। ਹਾਂਜੀ ਪੜ੍ਹ ਦਿਓ ਜੀ ਫੇਰ। 12 ਸਾਲ ਬਤੀਤ ਭਏ, ਤੋ ਲਗੇ ਤਬ ਕਾਨ ਚਰਾਵਨ ਗਾਈ। ਸੁੰਦਰ ਰੂਪ ਬਨਿਓ ਇਹ ਕੋ, ਕਹਿ ਕੈ ਇਹ ਤਾਹ ਸਰਾਹਤ ਦਾਈ। ਗਵਾਰ ਸਨੈ ਬਨ ਬੀਚ ਫਿਰੈ, ਕਬ ਨੈ ਉਪਮਾ ਤਿਹ ਕੀ ਲਖ ਪਾਈ। ਕੰਸਹਿ ਕੇ ਬਦ ਕੇ ਹਿਤ ਕੋ, ਜਨ ਬਾਲ ਚਮੂ ਭਗਵਾਨ ਬਨਾਈ। ਕਵਿਤ ਕਮਲ ਸੋ ਆਨਨ, ਕੁਰੰਗ ਤਾਕੇ ਬਾਕੇ ਨੈਣ। ਕਾਟ ਸਾਮ ਕੇ ਹਰ ਮਿਰਨਾਲ ਬਾਹੈਨ ਹੈ। ਇਹਨੂੰ ਬਾਂਕੇ ਕਹਿ ਦਈਏ ਭਾਵੇਂ, ਠੀਕ ਹੈ। ਹਾਂ ਬਾਂਕੇ ਸੁੰਦਰ ਨੈਣ ਨੇ, ਸੋਹਣੇ ਸੋਹਣੇ ਨੇਤਰ ਨੇ। ਹਾਂਜੀ ਉਹਨਾਂ ਦੇ ਸਰੀਰ ਦੀ ਉਪਮਾ ਹੋ ਰਹੀ ਹੈ। ਕਮਲ ਸੋ ਆਨਨ, ਕੁਰੰਗ ਤਾਕੇ ਬਾਂਕੇ ਨੈਣ। ਕਾਟ ਸਾਮ ਕੇ ਹਰ ਮਿਰਨਾਲ ਬਾਹੈਨ ਹੈ। ਕੋਕਲ ਸੋ ਕੰਠ, ਕੀਰ ਨਾਸਕਾ ਧਨੁਖ ਭਉ ਹੈ। ਬਾਣੀ ਸੁਰ ਸਰ ਜਾਹੇ, ਲਾਗੈ ਨਹਿ ਚੈਨ ਹੈ।
ਤ੍ਰਿਯਨ ਕੋ ਮੋਹਤ ਫਿਰਤ ਗ੍ਰਾਮ ਆਸ ਪਾਸ ਬਿਰਹਨ ਕੇ ਦਾਹ ਬੇਕੂ ਜੈਸੇ ਪਤ ਰਹਿਨ ਹੈ। ਹਾਂ, ਇਹਦਾ ਅਰਥ ਹੈ ਜੋ ਇਸਤਰੀਆਂ ਨੂੰ ਮੋਹਿਤ ਕਰਦਾ ਫਿਰਦਾ ਹੈ ਗ੍ਰਾਮ ਦੇ ਆਸੇ ਪਾਸੇ। ਤ੍ਰਿਯਨ ਕੋ ਮੋਹਤ ਫਿਰਤ ਗ੍ਰਾਮ ਆਸ ਪਾਸ। ਹਾਂਜੀ, ਇਦਾਂ ਹੀ ਨਾ। ਹਾਂਜੀ ਆਸ ਪਾਸ ਬਿਰਹਨ ਕੇ ਦਾਹ ਬੇਕੂ ਜੈਸੇ ਪਤ ਰੈਨ ਹੈ। ਪਤ ਰੈਨ ਵਿਯੋਗਣ ਇਸਤਰੀਆਂ ਦੇ ਛਾੜਨ ਵਾਸਤੇ ਜੋ ਚੰਦਰਮਾ ਦੀ ਚਾਨਣੀ ਰਾਤ ਸਮਾਨ ਹੈ। ਤ੍ਰਿਯਨ ਕੋ ਮੋਹਤ ਗੋਪੀਆਂ ਨੂੰ ਮੋਹਦਾ ਫਿਰਦਾ ਹੈ। ਆਦ ਬਾਣੀ ਦਾ ਫਰਮਾਨ ਵਾਹ ਕੋ ਸਰੂਪ ਦੇਖ ਮੋਹੀ ਗੁਆਰਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੰਗ 338 ਹੈ। ਧਿਆਨ ਦਿਆ ਕਰਕੇ ਆਪਾਂ ਸਾਰੇ ਭਗਤ ਬਾਣੀ ਕਬੀਰ ਸਾਹਿਬ ਜੀ ਦੀ। ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ ਬੜੇ ਪਿਆਰ ਨਾਲ ਪੜ੍ਹਦੇ, ਉਹਨੇ ਸਿਧਾਂਤ ਨੂੰ ਸਮਝਿਆ ਕਰੀਏ, ਸਾਰੇ ਭੁਲੇਖੇ ਦੂਰ ਹੋ ਜਾਣਗੇ। ਸਾਰੇ ਭਗਤਾਂ ਨਾਲੋਂ ਵਧੇਰੇ ਬਾਣੀ ਭਗਤ ਕਬੀਰ ਸਾਹਿਬ ਜੀ ਦੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸ਼ਾਮਲ ਹੈ। ਤੋ ਜਿਹਦੇ ਮੁਤਾਬਕ ਭਗਤ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਸ਼੍ਰੋਮਣੀ ਭਗਤ ਨੇ, ਉਹ ਇਹ ਬਚਨ ਕਰ ਰਹੇ ਨੇ। ਅਸੀਂ ਸਾਰੇ ਭਗਤ ਜੀ ਤੇ ਸ਼ਰਧਾ ਰੱਖਦੇ ਹਾਂ, ਤੇ ਸਾਰੀ ਜੋ ਅਖੰਡ ਪਾਠ ਸਾਹਿਬ ਹੁੰਦਾ ਕਹਿੰਦੇ ਕਬੀਰ ਸਾਹਿਬ ਦੇ ਸ਼ਲੋਕ ਆ ਗਏ ਨੇ, ਧਿਆਨ ਨਾਲ ਸੁਣਾਂਗੇ। ਧਿਆਨ ਨਾਲ ਸੁਣਿਆ ਕਰੋ। ਤੇ ਅੰਦਰਲੀ ਬਾਣੀ ਵੀ ਜਿਹੜੀ ਭਗਤ ਬਾਣੀ ਆ ਇਹ ਸ਼ਰਵਣ ਕਰਿਆ ਕਰਕੇ। ਮੈਂ ਬੇਨਤੀ ਇੱਕ ਹੋਰ ਕਰ ਦਿਆਂ, ਇਹ ਸੰਪਰਦਾਵਾਂ ਦਾ ਨਿਯਮ ਹੈ। ਜਦੋਂ ਸੰਥਾ ਕਰਾਉਣੀ ਨਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ, ਪਹਿਲਾਂ ਵਿਦਿਆਰਥੀ ਨੂੰ ਪੋਥੀਆਂ ਪੜ੍ਹਾਈਆਂ ਜਾਂਦੀਆਂ ਨੇ, ਸਿੱਧਾ ਡਾਇਰੈਕਟ ਸੈਂਚੀਆਂ 'ਤੇ ਨਹੀਂ ਲਾਇਆ ਜਾਂਦਾ। ਜੇ ਲੱਗਦੇ ਆ ਉਹ ਭਾਈ ਮਰਜ਼ਾਦਾ ਨਹੀਂ ਹੈ। ਪੋਥੀਆਂ ਕਾਹਦੇ ਵਾਸਤੇ ਬਣੀਆਂ? ਸਿਖਲਾਈ ਵਾਸਤੇ ਬਣੀਆਂ ਨੇ ਨਾ। ਪਹਿਲਾਂ 5 ਗ੍ਰੰਥੀ, ਫਿਰ 22 ਵਾਰਾਂ, ਤੇ ਫਿਰ ਭਗਤ ਬਾਣੀ। ਇਹ ਸਾਰੀ ਬਾਣੀ ਉੱਥੇ ਆ ਜਾਂਦੀ ਹੈ। ਆ ਭਗਤ ਬਾਣੀ ਦੇ ਵਿੱਚ ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ 338 ਅੰਗ ਆ। ਕਬੀਰ ਸਾਹਿਬ ਜੀ ਦਾ ਪਾਵਨ ਪਵਿੱਤਰ ਵਾਕ ਹੈ। ਵਾਹ ਕੋ ਸਰੂਪ ਦੇਖ ਮੋਹਿ ਗੁਆਰਨ, ਮੋਹ ਕੋ ਛੋੜਨਾ ਆਊ ਨਾ ਜਾਹੂ ਰੇ। ਤ੍ਰਿਯਨ ਕੋ ਮੋਹਤ ਫਿਰਤ ग्राम आस पास। इस पंक्ति से उस पंक्ति से अंतरा क्या है? अंतरा बाणी च नहीं है, अंतरा साडे मन विच है। जिहड़ा अंतरा सानू बाणी तो मनमुख करी जा रहा है। सो सच्चे पातशाह रहमत करन साडे ते, साडे मन विच अंतरा ना आवे, असीं बाणी दे प्रेमी हो सकीए, आनंद लै सकीए, सच्चे पातशाह हमारी बाणी नाल सम्मिलित हो जाइए। ते फिर अभेद हो गए, इत्थे हो गए, गां भी भेद, गां तो किसी ने देखा ही नहीं। जिउंदे ही भेद होईदा साध संगत जी, जिउंदे जी सिख भेद होवे गुरबाणी दे नाल। फिर तो अरदासां हुंदियां मगरों उहदा मनमुखां दी करी जांदे अरदासां। तां सिख तां जिउंदा ही भेद होवे, उहनूं कहंदे जीवन मुक्त। ये जीवन मुक्त हुंदे ने। सो सिख सारे जीवन मुक्त ही ने, हुण भी ने, पहलां भी सन, होणगे भी। सो किस दी लोड़ है? सहबे कमाल पातशाह महाराज दा पावन मुख वाक सी नित पढ़दे नितनेम विच, साज कहो सुन लेहो सबै, जिन प्रेम कियो तिन ही प्रभ पायो। हाँ जी, अगे दर्शन दिदारे करिए। धन गुरु महाराज सच्चे पातशाह गुरु गोबिंद सिंह साहब महाराज जी। हाँ जी। तृयन को मोहत फिरत ग्राम आस पास, बिरहन के दाह बेकू जैसे पात रैन है। पुन मंद मत लोक कछ कछ जानत न भेद याको, एते पर कह चरवारो श्याम तेन है। वाह जी वाह। साहिब कमाल गुरु गोबिंद सिंह साहब महाराज जी फरमान कर रहे ने, कहते फिर ਜਿਹੜੇ ਮੰਦੀ ਮਤ ਵਾਲੇ ਲੋਕ ਆ ਨਾ, ਉਹ ਭੇਦ ਨੂੰ ਨਹੀਂ ਜਾਣਦੇ। ਪੌਣ ਮੰਦ ਮਤ ਲੋਕ ਕਛ ਜਾਣਤ ਨਾ ਭੇਦ ਜਾ ਕੋ, ਇਤੇ ਪਰ ਕਹੈ ਚਰਵਾਰੋ ਸ਼ਾਮ ਤੇਨ ਹੈ। ਜਿਹੜੇ ਉਸ ਸਮੇਂ ਦੇ ਲੋਕ ਮਨਮੁਖ ਸਨ, ਉਹਨਾਂ ਦੀ ਗੱਲ ਕਰਦੇ ਨੇ। ਉਹ ਕਹਿੰਦੇ ਬਸ ਗਾਈਆਂ ਚਾਰਨ ਵਾਲਾ ਹੀ ਆ, ਗਵਾਲਿਆਂ ਦਾ ਮੁੰਡਾ ਹੀ ਜਾਣਦੇ ਨੇ।
ਭੇਦ ਨਹੀਂ ਜਾਣਦੇ। ਤੇ ਸਾਨੂੰ ਤਾਂ ਪਹੀ ਦਾ ਭੇਦ ਜਾਣਨਾ ਕਿ ਅਸੀਂ ਹੁਣ ਦੇ ਜੀਵਾਂ, ਕਲਯੁਗ ਦੇ ਦੁਆਪਰ ਸਮੇਂ ਦੀ ਗੱਲ ਆ। ਅਸੀਂ ਤਾਂ ਦੂਰ ਬਹੁਤ ਆ ਗਏ, ਉਦੋਂ ਵੀ ਮਨਮੁਖ ਸਨ। ਪਰ ਜਿਨ੍ਹਾਂ ਤੇ ਰਹਿਮਤ ਹੈ ਉਹ ਗੁਰਬਾਣੀ ਨੂੰ ਭੇਦ ਜਾਣਦੇ ਨੇ, ਤੇ ਗੁਰਬਾਣੀ ਦੇ ਵਿੱਚ ਹੀ ਅਭੇਦ ਹੋ ਜਾਣਾ ਉਹਨੇ। ਉਹ ਜੀਵਨ ਮੁਕਤ ਨੇ ਸਾਧ ਸੰਗਤ ਜੀ। ਉਹ ਜਿਤਨੇ ਵੀ ਗੁਰਮੁਖ ਪਿਆਰੇ ਮਹਾਂਪੁਰਸ਼ ਸਿੰਘ ਸਾਹਿਬ, ਦਲਾਂ ਪੰਥਾਂ ਦੇ ਮੁਖੀ, ਸੰਪਰਦਾਵਾਂ ਦੇ ਮੁਖੀ, ਜਿਨ੍ਹਾਂ ਵਿੱਚੋਂ ਮੈਂ ਬਹੁਤ ਹੀ ਸਤਿਕਾਰ ਨਾਲ ਨਾਂ ਲਵਾਂ, ਸਾਰੇ ਸਤਿਕਾਰਯੋਗ ਨੇ, ਪਰ ਜਿਨ੍ਹਾਂ ਨੇ ਜ਼ਿਆਦਾ ਜ਼ੋਰ ਲਾਇਆ ਪੜ੍ਹਾਉਣ ਵਿੱਚ, ਜ਼ਿਆਦਾ ਸ਼ਰਧਾ ਬਣਾਈ, ਸੰਪਰਦਾ ਭਿੰਡਰਾਂ, ਅਤੀ ਸਤਿਕਾਰਯੋਗ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਉਸ ਸਮੇਂ ਦੇ ਸਾਰੇ ਕਿਤਨਾ ਭੇਦ ਬਣਾਇਆ। ਦੋ ਸਰੂਪਾਂ ਨੂੰ ਇੱਕੋ ਅਭੇਦ ਜਾਣਦੇ ਰਹੇ, ਦੋ ਸਰੂਪਾਂ ਦੇ ਇੱਕੋ ਹੀ ਸ਼ਰਧਾ, ਤੇ ਨਾਲ ਨਾਲ ਲਿਖਦੇ ਸਨ। ਉਹਨਾਂ ਦੀ ਲਿਖਤ ਪੜ੍ਹੋ ਹੁਣ ਵੀ। ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦਸਮ ਸ੍ਰੀ ਗੁਰੂ, ਸੰਤ ਮੋਹਨ ਸੋਰੀ ਵੀ ਕਹਿੰਦੇ ਸਨ ਦਸਮ ਸ੍ਰੀ ਗੁਰੂ, ਕਹਿੰਦੇ ਆਏ ਲਿਖਣੋ, ਕੱਲਾ ਦਸਮ ਗ੍ਰੰਥ ਨਹੀਂ ਲਿਖਣਾ। ਤੇ ਇਹਦਾ ਅਰਥ ਪਿਛਲੇ ਦਿਨਾਂ 'ਚ ਗਿਆਨੀ ਅਵਤਾਰ ਸੋ ਆਏ ਸਨ ਆਪਣੇ ਘਰ, ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਨੇ, ਮਹਾਂਪੁਰਸ਼ਾਂ ਦੇ ਵੱਡਿਆਂ ਦੇ ਪੋਤਰੇ ਨੇ, ਤੇ ਉਹ ਅਰਥ ਵੀ ਦੱਸ ਗਏ ਸਨ। ਆਪਣੇ ਨਾਲ ਵੀ ਸੰਤ ਗਿਆਨੀ ਮੋਹਨ ਸੋਰਾ ਮਹਾਂਪੁਰਸ਼ ਭਿੰਡਰਾਂ ਵਾਲੇ ਨੇ ਕਈ ਵਾਰ ਵਿਚਾਰਾਂ ਕਰਦੇ ਨੇ, ਲੰਮਾ ਸਮਾਂ। ਤੇ ਗਿਆਨੀ ਜੀ ਹੋਰਾਂ ਨੂੰ ਇਹ ਉਹਨਾਂ ਨੇ ਕਿਹਾ, ਵਿਦਿਆਰਥੀ ਸਨ ਨਾ ਗਿਆਨੀ ਜੀ, ਆਪਾਂ ਤਾਂ ਵਿਦਿਆਰਥੀ ਮਹਾਂਪੁਰਸ਼ਾਂ ਦੇ ਨਹੀਂ ਸਨ, ਦਰਸ਼ਨੀ ਦਿਦਾਰੇ ਕਰਦੇ ਸਾਂ, ਪਰ ਉਹਨਾਂ ਦੇ ਵਿਦਿਆਰਥੀਆਂ ਦਾਸਾਂ ਵਾਂਗ ਬਣ ਕੇ ਜਾਂਦੇ ਸਨ ਦਰਸ਼ਨ ਦਿਦਾਰੇ ਕਰਨ, ਕਿਉਂਕਿ ਉਹਨਾਂ ਬਾਰੇ ਬਾਬਾ ਤੇਜਾ ਸੋਰੀ ਮਹਾਂਪੁਰਸ਼ ਸਿੰਘ ਸਾਹਿਬ ਹੋਰਾਂ ਨੇ ਸਾਰੇ ਬਚਨ ਦੱਸੇ ਸਨ। ਉਹ ਗੁਰਭਾਈ ਸਨ। ਤਾਂ ਉਹ ਕਹਿੰਦੇ ਸਨ ਇਹ ਕਹਿਣਾ ਲਿਖਣਾ ਹੈ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਵੱਡਿਆਂ ਤੋਂ ਜਿਵੇਂ ਉਹਨਾਂ ਨੂੰ ਸਿੱਖਿਆ ਮਿਲੀ ਸੀ। ਤੇ ਉਹ ਫਿਰ ਕਿਉਂ ਕਹਿੰਦੇ ਅਰਥ ਕਰੇ ਗਿਆਨੀ ਅਵਤਾਰ ਸੋਰਾਂ ਨੇ, ਸਤਿਕਾਰਯੋਗ ਗਿਆਨੀ ਅਵਤਾਰ ਸਿੰਘ ਸਾਹਿਬ ਜੀ ਪੰਥ ਦੇ ਮਹਾਨ ਵਿਦਵਾਨ ਨੇ, ਕਹਿੰਦੇ ਦਸਮ ਸ੍ਰੀ ਗੁਰੂ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਗ੍ਰੰਥ। ਦਸਮ ਸ੍ਰੀ ਗੁਰੂ, ਦਸਵੇਂ ਪਾਤਸ਼ਾਹ ਦਾ, ਸ੍ਰੀ ਗੁਰੂ ਜੀ ਦਾ ਗ੍ਰੰਥ ਸਾਹਿਬ ਹੈ ਉਹਨਾਂ ਦਾ, ਇਹ ਅਰਥ ਵੀ ਕਰੇ ਸਨ। ਚਲੋ ਨਾਲ ਨਾਲ ਹੋਰ ਬੇਨਤੀਆਂ ਕਰਦੇ ਰਹਾਂਗੇ, ਫਿਰ ਆਪਣਾ ਸਮਾਂ ਵੀ ਜ਼ਿਆਦਾ ਲੱਗ ਰਿਹਾ, ਪਰ ਬੇਨਤੀਆਂ ਜ਼ਰੂਰੀ ਨੇ ਸਾਧ ਸੰਗਤ ਜੀ। ਬਾਣੀ ਆਦਿ ਬਾਣੀ ਤੇ ਦਸਮ ਬਾਣੀ ਅਭੇਦ ਹੈ, ਕੋਈ ਭੇਦ ਨਹੀਂ ਹੈ। ਹਾਂਜੀ, ਜੋ ਪੜ੍ਹਨ ਵਾਲੇ ਭੇਦ ਹੀ ਹੋ ਗਏ ਨੇ, ਜਿਨ੍ਹਾਂ ਨੇ ਸ਼ਰਧਾ ਰੱਖੀ ਉਹ ਭੇਦ ਹੋ ਗਏ ਨੇ, ਗੁਰੂ ਦੀ ਗੋਰ ਵਿੱਚ ਸਮਾ ਗਏ ਨੇ। ਹਾਂਜੀ। ਗੋਪੀ ਬਾਚ ਕਾਨ ਜੂ ਸੋ ਸਵਈਆ, ਹੋਏ ਇਕੱਤਰ ਬਧੂ ਬਿਜ ਕੀ ਸਭ, ਬਾਤ ਕਹੈ ਮੁਖ ਤੇ ਇਮ ਸਿਆਮੈ, ਆਨਨ ਚੰਦ ਬਨੇ ਮ੍ਰਿਗ ਸੇ ਦ੍ਰਿਗ, ਰਾਤ ਦਿਨਾ ਬਸ ਤੋ ਸੋ ਹੀਆ ਮੈਂ। ਮ੍ਰਿਗ ਸੇ ਵਿਸਰਾਮ ਲਾਓ, ਦ੍ਰਿਗ ਰਾਤ ਦਿਨਾ। ਆਨਨ ਚੰਦ ਬਨੇ ਮ੍ਰਿਗ ਸੇ ਦ੍ਰਿਗ, ਰਾਤ ਦਿਨਾ ਬਸ ਤੋ ਸੋ ਹੀਆ ਮੈਂ। ਬਾਤ ਨਹੀਂ ਅਰ ਪੈ ਇਹ ਕੀ, ਬਿਰਤਾਂਤ ਲਖਿਓ ਹਮ ਜਾਨ, ਜੀਆ ਮੈਂ ਕੈ ਡਰ ਪੈ ਹਰ ਕੇ ਹਰ ਕਉ, ਛਾਪ ਮੈਨ ਰਹਿਓ ਅਬ ਲਾਓ ਤਨ ਯਾ ਮੈਂ। ਵਾਹ ਵਾਹ ਵਾਹ। ਹਾਂਜੀ। ਕਾਨ ਬਾਚ ਸਵਈਆ, ਸੰਗ ਹਲੀ ਹਰ ਜੀ ਸਭ ਗਵਾਰ, ਕਹੀ ਸਭ ਤੀਰ ਸੁਨੋ ਇਹ ਭਈਆ, ਰੂਪ ਧਰੋ ਅਵਤਾਰਨ ਕੋ ਤੁਮ। ਠੀਕ ਆ। ਰੂਪ ਧਰੋ ਅਵਤਾਰਨ ਕੋ ਤੁਮ, ਬਾਤ ਇਹ ਹੈ ਗਤ ਕੀ ਸੁਰ ਗਈਆ, ਨਾ ਹਮਰੋ ਅਬ ਕੋ ਇਹ ਰੂਪ, ਸਭੈ ਜਗ ਮੈਂ ਕਿਨਹੂ ਲਖ ਪਈਆ, ਕਾਨ ਕਹਿਓ ਹਮ ਖੇਲ ਕਰੈ, ਜੋ ਹੋਏ ਭਲੋ ਮਨ ਕੋ ਪਰਚਈਆ। ਠੀਕ ਆ। ਸਵਈਆ ਤਾਲ ਭਲੇ ਤਿਹ ਠੌਰ ਬਿਖੈ, ਸਭ ਹੀ ਜਨ ਕੇ ਮਨ ਕੇ ਸੁਖਦਾਈ, ਸੇਤ ਸਰੋਵਰ ਹੈ ਅਤ ਹੀ, ਤਿਨ ਮੈਂ ਸਰਮਾ ਸਸ ਕੀ ਦਮਕਾਈ। ਹਾਂਜੀ, ਪੜੀ ਚਲੋ। ਮਦ ਬਰੇਤਨ ਕੀ ਉਪਮਾ, ਕਬ ਨੈ ਮੁਖ ਤੇ ਭਾਖ ਸੁਨਾਈ, ਲੋਚਨ ਸੌ ਕਰ ਕੈ ਬਸੁਦਾ, ਹਰ ਕੇ ਇਹ ਕੌਤਕ ਦੇਖਨ ਆਈ।
रूप विराजत है अतहि जिनको बिख कै मन आनंद बाडे खेलत कान फिरै तिह जाए बने जिह ठौर बड़े सर गाडे ग्वाल हली हर के संग राजत देख दुखी मन को दुख काडे कौतक देख तरा हरखी तिह ते तर रोम भये तन ठाडे कान तरੈ तर के मुरली सो बजाए उठ्यो तन को अर एंडा मोह रही जमना खगयो हर जाछ सबे अरना अर गेंडा पंडित मोह रहे सुन कै अर मोह गए सुन कै जन जेंडा बात कही कब न मुख ते मुरली एह नाहन रागन पेंडा आनन देख तरा हर को अपने मन में अतहि ललचानी सुंदर रूप बन्यो एह को देहते प्रतमात ते अत पानी श्याम कही उपमा तिह की अपने मन में भुन जो पहचानी रंगन के पट पै रंगन के पट लै तन पै जो मनो एह की होए बेपट रानी गोप बाच सवैया ग्वार कही बिनती हर पै एक ताल बडो तिह पै फल हच्छे लायक हैं तुमरे मुख की करुआ जह दाख दसो दिस गुच्छे तेनक दैत बडो तिह जाए किदो हन लोगन के ऊन रच्छे पुत्र मनो मदरेंद प्रभात तनय उठ प्रात समय वह पच्छे कान बाच सवैया जाए कही तिनको हर जी जह ताल वह अर है फल नीके बोल उठ्यो मुख ते मुसली सो तो अमृत के नह है फुन फीके मार है दैत तहाँ चल कै जिहते सुर जाहे सब दुख जी के हुए प्रसन्न चलै तिह को मिल शंख बजाए सब मुरली के होए प्रसन्न तहा हर जी। एक पाठ है पिछे मार है दैत तहाँ चलकै जिहते सुर जाहे सब दुख जी के सब इथे कई वारी पाठ नभै भी आउंदा पर असली शुद्ध पाठ सवे ही है। कई वारी छापे विच नभै भी आउंदा कई ਸਰੂਪਾਂ ਦੇ ਦਰਸ਼ਨਦਾਰ ਹੋਣ ਕਰਕੇ ਕਈ ਪਾਠ ਫਿਰ ਉਹ ਧਿਆਨ ਚ ਹੁੰਦੇ ਤਾਂ ਕਰਕੇ ਦੱਸਣਾ ਜ਼ਰੂਰੀ। ਮਾਰ ਹੈ ਦੈਤ ਤਹਾਂ ਚਲਕੈ ਜਿਹ ਤੇ ਸੁਰ ਜਾਹੇ ਨਭੈ ਦੁਖ ਜੀ ਕੇ ਸਭੈ ਦੁਖ ਜੀ ਕੇ शुद्ध ਇਹੀ ਪਹਿਲਾ ਪਾਠ ਪਰ ਕਿਤੇ ਨਭੈ ਵੀ ਆ ਜਾਂਦਾ ਨਭੈ। ਚਲੋ ਜੀ। होए प्रसन्न तहा हर जी जो गए मिल कै तट पै सर भारे कै बल तो मुसली तन को तरते फर बूंदन ज्यों धर डारे तेनक क्रोध महा कर कै दो पाए हृदय तिह साथ प्रहारे। हाँ तेनक दैत ਇਹ ਜਿੱਥੇ ਤਾਲ ਬਿਰਛਾਂ ਦੇ ਜੰਗਲ ਉੱਥੇ ਰਹਿੰਦਾ ਸੀ। जिस वे बलराम ते कृष्ण जी ने ये दोवें गऊआं चार रहे सन गऊआं छड्डियां सन ये धेनक दैत उत्थे चलिया गया। इसने उस वेले गधे का रूप धारण कर लिया सी। बलराम ने जाके बलराम दे जाके ना बलभद्र दे टीटना मारिया ने बलराम ने इसनूं टंगां तो फड़ के इस तरह भगा मारिया जिवें कुत्ता मारीदा है। वो है हाँ जी। तेनक क्रोध महा कर कै दो पाए हृदय तिह साथ प्रहारे गोडन ते गह फेंक दयो हर ज्यो सिर ते गह कूकर मारे। गोडन ते गह फेंक दयो हर ज्यो सिर ते गह कूकर मारे।
ਸਵਈਆ ਕ੍ਰੋਧ ਭਈ ਤੁਜਨੀ ਤਿਹ ਕੀ ਪਤ ਜਾਨ ਹਤਿਓ ਇਨ ਉਪਰ ਆਈ ਗਾਏ ਕੋ ਰੂਪ ਧਰਿਓ ਸਭ ਹੀ ਤਬ ਹੀ ਖੁਰ ਸੋ ਧਰ ਧੂਰ ਉਚਾਈ ਕਾਨ ਹਲੀ ਬਲ ਕੈ ਤਬ ਹੀ ਚਤੁਰੰਗ ਦਸੋ ਦਸ ਬੀਚ ਬਗਾਈ ਲੈ ਕਿਰਸਾਨ ਮਨੋ ਤੰਗੁਲੀ ਖਲ ਦਾਨਨ ਜਿਉ ਨਭ ਤੰਗੁਲੀ ਥੋੜਾ ਜਿਹਾ ਨਾ ਉਹ ਔਂਕੜ ਨੂੰ ਜਗਾਈਏ ਹੈ ਨਾ। ਤੰਗੁਲੀ ਲੈ ਤੰਗਲੀ ਨੂੰ ਆਪਾਂ ਕਹਿੰਦੇ ਆ। ਹਾਂਜੀ, ਅੱਜ ਕੱਲ੍ਹ ਇਹ ਚੀਜ਼ਾਂ ਹੈ ਨਹੀਂ, ਪਰ ਪਹਿਲਾਂ ਅਸੀਂ ਦੇਖੀਆਂ ਆਪਣੇ ਕੋਲ ਤੰਗਲੀ ਹੈ ਤੇ ਉਹ ਲੋਹੇ ਦੀਆਂ ਸੁੱਤਾਂ ਲੱਗੀਆਂ ਉਹਨੂੰ ਸੁੱਤਾਂ ਕਹਿੰਦੇ ਨੇ, ਪਿੱਛੇ ਦਸਤਾ ਹੁੰਦਾ ਉਹਦੇ, ਵਹਾਂ ਵੀ ਕਹਿੰਦੇ ਨੇ, ਉਹ ਲੱਕੜ ਦਾ ਹੁੰਦਾ, ਉਹ ਨਾ ਤੂੜੀ ਉਡਾਈ ਦੀ ਆ ਇਸ ਤਰ੍ਹਾਂ। ਚਲੋ ਜੀ। ਲੈ ਕਿਰਸਾਨ ਮਨੋ ਤੰਗੁਲੀ ਖਲ ਦਾਨਨ ਜਿਉ ਨਭ ਬੀਚ ਉਡਾਈ ਖਲ ਦਾਨਨ ਜਿਉ, ਦਾਨਨ ਦਾਣੇ ਤੇ ਖਲ ਤੂੜੀ ਵੱਖ ਵੱਖ ਜਿਵੇਂ ਕਰਦੇ ਨਾ, ਇਹਦੇ ਖਲ ਦਾ ਭਾਵ ਤੂੜੀ ਹੈ, ਦਾਨਨ ਦਾਣਿਆਂ ਤੋਂ ਭਾਵ ਹੈ ਜੀ। ਇਹ ਧਿਆਨ ਰੱਖਣਾ, ਪਾਠ ਵੀ ਮੈਂ ਪੋਲਾ ਜਾਂ ਦਾਨਨ ਕਰਨਾ। ਫਿਰ ਪੜ੍ਹ ਦਿਓ ਜੀ। ਲੈ ਕਿਰਸਾਨ ਮਨੋ ਤੰਗੁਲੀ ਖਲ ਦਾਨਨ ਜਿਉ ਨਭ ਬੀਚ ਉਡਾਈ ਇਤ ਸ੍ਰੀ ਦਸਮ ਸਕੰਦੇ ਪੁਰਾਣੇ ਬਚਿੱਤਰ ਨਾਟਕ ਕ੍ਰਿਸ਼ਨਾਵਤਾਰੇ ਧੇਨਕ ਦੈਤ ਬਧ ਹੈ ਸਵਈਆ ਦੈਤ ਹਨਿਓ ਚਤੁਰੰਗ ਚਮੂ ਸੁਨ ਦੇਵ ਕਰੈ ਮਿਲ ਕਾਨ ਬਡਾਈ ਪਾਛ ਸਭੈ ਫਲ ਗਵਾਰ ਚਲੈ ਗ੍ਰਹਿ ਧੂਰ ਬਰੀ ਮੁਖ ਮੈਂ ਸ਼ਬ ਛਾਈ ਚੱਲੈ ਗ੍ਰਹਿ ਤੇ ਵਿਸਰਾਮ, ਗ੍ਰਹਿ ਤੇ ਵਿਸਰਾਮ ਮਰਦਾ ਦੇਖੋ। ਪਾਛ ਸਭੈ ਫਲ ਗੁਆਰ ਚੱਲੈ ਗ੍ਰਹਿ ਧੂਰ ਪਰੀ ਮੁਖ ਪੈ ਛਬ ਛਾਈ ਤਾ ਛਬ ਕੀ ਉਪਮਾ ਅਤਿ ਕਬਨੇ ਮੁਖ ਤੇਮ ਭਾਖ ਸੁਨਾਈ ਧਾਵਤ ਘੂਰਨ ਕੀ ਪਗ ਕੀ ਰਜ ਛਾਇ ਰਾਜ ਨੂੰ ਧੂੜੀ ਰਾਜ ਤੇ ਵਿਸਰਾਮ ਲਾਵਾਂਗੇ, ਰਾਜ ਫੁੱਲਾ ਬੋਲਣਾ, ਪਗ ਕੀ ਰਾਜ। ਹਾਂਜੀ। ਧਾਵਤ ਘੂਰਨ ਕੀ ਪਗ ਕੀ ਰਜ ਛਾਇ ਲਏ ਰਵ ਸੀ ਛਬ ਪਾਈ। ਜਿਵੇਂ ਘੋੜੇ ਦੌੜਦੇ ਹਨ, ਉਹਨਾਂ ਦੇ ਪੈਰਾਂ ਦੇ ਨਾਲ ਧਰਤੀ ਤੋਂ ਧੂੜ ਉੱਡ ਕੇ ਸੂਰਜ ਦਾ ਮੂੰਹ ਢੱਕ ਲੈਂਦੀ ਨਾ, ਇਸ ਪ੍ਰਕਾਰ ਇਹ ਪ੍ਰਕਰਨ ਹੈ ਦੱਸਿਆ। ਸੈਨ ਸਨੈ ਹਨ ਦੈਤ ਗਇਓ ਗ੍ਰਹਿ ਗੋਪ ਗਏ ਗੁਪੀਆ ਸਭ ਆਈ। ਸੈਨ ਸਨੈ ਹਨ ਦੈਤ ਗਇਓ ਗ੍ਰਹਿ, ਇਵੇਂ ਬਈ। ਹਾਂ ਠੀਕ। ਗੋਪ ਗਏ ਗੋਪੀਆ ਸਭ ਹੈ, ਜੋ ਗੋਪੇ ਗਵਾਲੇ ਘਰਾਂ ਨੂੰ ਗਏ ਤੇ ਗੋਪੀਆਂ ਆ ਗਈਆਂ ਇਹਨਾਂ ਕੋਲ, ਇਹਨਾਂ ਦੀਆਂ ਮਾਵਾਂ। ਹਾਂਜੀ। ਸੈਨ ਸਨੈ ਹਨ ਦੈਤ ਗਇਓ ਗ੍ਰਹਿ ਗੋਪ ਗਏ ਗੁਪੀਆ ਸਭ ਆਈ ਮਾਤ ਪ੍ਰਸੰਨ ਭਈ ਮਨ ਮੈਂ ਤਿਹ ਕੀ ਜੋ ਕਰੈ ਬਹੁ ਭਾਂਤ ਬਡਾਈ ਚਾਵਰ ਦੂਧ ਕਰਿਓ ਖਾਏ ਬੇ ਕਹੋ ਖਾਏ ਬਹੁ ਤਿਹ ਦੇਹ ਬਧਾਈ ਹੋਏ ਬੜੀ ਤੁਮਰੀ ਚੁਟਿਆ ਇਹ ਤੇ ਫੁਨ ਬਾਤ ਸਭੈ ਮਿਲ ਚਾਈ ਭੋਜਨ ਕੈ ਟਿਕ ਗੇ ਹਰ ਜੀ ਪਲਕਾ ਪਰ ਔਰ ਕਰੈ ਜੋ ਕਹਾਣੀ ਰਾਜ ਗਇਓ ਤਰਨੋ ਮਗ ਰੈਨ ਲਹਿਓ ਸੋ ਲਗਿਓ ਵਹਿ ਪੀਨ ਪਾਣੀ ਰਾਤ ਪਰੀ ਤਬ ਹੀ ਭਰ ਭੈ ਤ੍ਰਿਨ ਸ੍ਰੌਣ ਸੁਨੀ ਆਪਣੇ ਇਹ ਬਾਣੀ ਜਾਹੋ ਕਹਿਓ ਤਿਨ ਤਉ ਹਰ ਗਇਓ ਗ੍ਰਹਿ ਜਾਏ ਮਿਲਿਓ ਆਪਣੀ ਪਟ ਰਾਣੀ ਸਵਈਆ ਸੋਏ ਗਏ ਹਰ ਪ੍ਰਾਤ ਭਏ ਫਿਰ ਲੈ ਬਛਰੇ ਬਨ ਗੇ ਗਿਰਧਾਰੀ ਬਨ ਨੂੰ ਗੇ ਗਏ ਗਿਰਧਾਰੀ। ਕ੍ਰਿਸ਼ਨ ਜੀ ਬਨ ਗਏ ਇਕੱਠਾ ਪਾਠ ਨਹੀਂ ਕਰਨਾ, ਇਹ ਤਾਂ ਬਨ ਗੇ ਗਿਰਧਾਰੀ। ਬਨ ਗਏ ਤਾਂ ਹੋਰ ਹੋਊਗਾ, ਵੱਖਰਾ ਕਰਨਾ। ਬਨ ਗੇ ਗਿਰਧਾਰੀ। ਸੋਏ ਪਹਿਲਾਂ ਸੋਏ ਗਏ ਹਰ, ਪਹਿਲਾਂ ਸੌਂ ਗਏ ਰਾਤ, ਪ੍ਰਾਤ ਭਏ, ਫਿਰ ਜਦੋਂ ਸੁਬਾਹ ਹੋਈ ਲੈ ਬਛਰੇ ਬਨ ਗੇ ਗਿਰਧਾਰੀ। ਇਹ ਧਿਆਨ ਰੱਖਣਾ, ਸੋਏ ਗਏ ਹਰ, ਇੱਥੇ ਜਮਕ, ਪ੍ਰਾਤ ਭਏ ਫਿਰ ਵਿਸਰਾਮ, ਲੈ ਬਛਰੇ ਬਨ ਗੇ ਗਿਰਧਾਰੀ। ਸੋਏ ਗਏ ਹਰ
ਪ੍ਰਾਤ ਭਏ ਫਿਰ ਲੈ ਬਸ਼ਰੇ ਬਨ ਗੇ ਗਿਰਧਾਰੀ ਮਦ ਭਏ ਰਵ ਕੇ ਜਮਨਾ ਤਟ ਧਾਏ ਗਏ ਜਿਹ ਥੋ ਸਰ ਭਾਰੀ ਗੋ ਬਸ਼ਰੇ ਅਰ ਗੋਪ ਸਬੈ ਗਿਰ ਗੇ ਸਭ ਪ੍ਰਾਨ ਡਸੈ ਜਬ ਕਾਰੀ ਧਾਏ ਕਹਿਓ ਮੁਸਲੀ ਪ੍ਰਭ ਪੈ ਸਭ ਸੈਨ ਸਖਾ ਤੁਮਰੀ ਹਰ ਮਾਰੀ ਦੋਹਰਾ ਕਿਰਪਾ ਦ੍ਰਿਸ਼ਟ ਚਿਤ ਵੀਤਨੈ ਜੀਵ ਉਠੇ ਤਤਕਾਲ ਗਊ ਸਬੈ ਅਰ ਸੁਤ ਤਨੈ ਆਓ ਫੁਨ ਸਬੈ ਗੋਪਾਲ। ਇੱਕ ਛੱਪੜ ਸੀ ਜਿਹਦੇ ਟੋਭਾ ਕਹਿ ਲਓ ਕੋਈ ਛੱਪੜ ਕਹਿੰਦੇ ਇਹ ਇਲਾਕਿਆਂ 'ਚ, ਉੱਥੇ ਕਾਲੀ ਨਾਗ ਰਹਿੰਦਾ ਸੀ। ਉਹਦੇ ਵਿੱਚ ਉਹ ਟੋਭੇ 'ਚ ਜਿੱਥੇ ਕਾਲੀ ਨਾਗ ਰਹਿੰਦਾ ਸੀ, ਉਹਦੇ ਜ਼ਹਿਰ ਕਰਕੇ ਉਹ ਪਾਣੀ ਜਾਂ ਸਾਰਾ ਹੀ ਜਿਹੜਾ ਜ਼ਹਿਰੀਲਾ ਹੋ ਜਾਂਦਾ ਸੀ। ਉਸ ਪਾਣੀ ਵਿੱਚ ਜੋ ਨਹਾਉਂਦਾ ਇਸ਼ਨਾਨ ਕਰਦਾ ਸੀ ਜਾਂ ਕੋਈ ਪੀ ਲੈਂਦਾ ਸੀ, ਉਹ ਸਾਰੇ ਉਹਨਾਂ ਦੀ ਮੌਤ ਹੋ ਜਾਂਦੀ ਸੀ। ਇਸ ਕਰਕੇ ਗਊਆਂ ਦੇ ਬਾਲ ਵੀ ਸਾਰੇ ਮਰ ਗਏ ਜੀ ਉੱਥੇ ਜਾ ਕੇ। ਤੇ ਕੁਛ ਬਾਕੀਆਂ ਨੇ ਦੱਸਿਆ ਕ੍ਰਿਸ਼ਨ ਜੀ ਨੂੰ ਜਾ ਕੇ। ਚਲੋ ਜੀ। ਦੋਹਰਾ ਉਠ ਪਾਇ ਨ ਲਾਗੈ ਤਬੈ ਕਰਹਿ ਬੜਾਈ ਸੋਏ ਜੀ ਦਾਨ ਹਮ ਕੋ ਦਇਓ ਇਹ ਤੇ ਬੜੋ ਨ ਕੋਏ ਆਥ ਕਾਲੀ ਨਾਗ ਨਾਥ ਬੋ ਦੋਹਰਾ ਗੋਪ ਜਾਨ ਕੈ ਆਪਣੇ। ਫੇਰ ਬੇਨਤੀ ਕਰਦਿਆਂ ਇਹ ਜਿਹੜੀ ਆ ਰਿਹਾ ਪ੍ਰਕਰਨ ਅਥ ਕਾਲੀ ਨਾਗ ਨਾਥ ਬੋ, ਤੋ ਸਾਧ ਸੰਗਤ ਜੀ ਇਹਦੇ ਬਾਰੇ ਮੂਲ ਰੂਪ ਵਿੱਚ ਜੀ ਦਾਨ ਕਾਲੀ ਕੌਦੀਆ ਭਗਤ ਨਾਮਦੇਵ ਦੀ ਬਾਣੀ ਗੋਂਡ ਰਾਗ 834 ਅੰਗ ਧੰਨ ਗੁਰੂ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੈ। ਉਹਦੀ ਵਿਚਾਰ ਸਿਰਫ ਪੰਕਤੀ ਦਾ ਜੀ ਦਾਨ ਕਾਲੀ ਕੌਦੀਆ ਹੈ। ਸਾਰੀ ਵਿਚਾਰ ਕਥਾ ਆ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 279 ਅੰਗ ਹੈ। ਹਾਂਜੀ 279 ਅੰਗ। ਸਾਰੀ ਵਿਚਾਰ ਇੱਥੇ ਧਿਆਨ ਰੱਖੋ। ਜੀ ਦਾਨ ਕਾਲੀ ਕੌਦੀਆ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ 834 ਅੰਗ ਪੰਕਤੀ ਉੱਥੇ। ਇਹਦੀ ਵਿਚਾਰ ਜਿਹੜੀ ਵਿਆਖਿਆ ਹੈ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 279 ਅੰਗ ਤੇ ਸਾਰੀ ਵਿਚਾਰ ਸਾਰੇ ਸਿੱਖ 279 ਤੋਂ ਲੈ ਕੇ 80 ਤੱਕ ਪੂਰਾ ਪੱਤਰਾ ਹੈ। ਇਹ ਆਪਾਂ ਦਰਸ਼ਨਦਾਰੇ ਕਰ ਸਕਦੇ ਪੜ੍ਹ ਸਕਦੇ। ਹਾਂਜੀ। ਆਥ ਕਾਲੀ ਨਾਗ ਨਾਥ ਬੋ ਦੋਹਰਾ ਗੋਪ ਜਾਨ ਕੈ ਆਪਣੇ ਕੀਨੋ ਮਨੈ ਵਿਚਾਰ ਦੁਸ਼ਟ ਨਾਗ ਸਰ ਮੈਂ ਬਸੈ ਤਾਂ ਕੋ ਲਿਓ ਨਿਕਾਰ ਸਵਈਆ ਊਚ ਕਮੰਦ ਹੈ ਕੋ ਤਰ ਥੋ ਤਿਹ ਪੈ ਚੜ ਕੈ ਹਰ ਕੂਦ ਪਰਿਉ ਤਨ ਸੰਗ ਕਰੀ ਮਨ ਮੈਂ ਨਾ ਕਛੂ ਫੁਨ ਧੀਰਜ ਗਾੜ ਧਰਿਓ ਨਾ ਟਰਿਓ ਮਨ ਖੋਸਟ ਲਾਓ ਜਲ ਉੱਚ ਭਇਓ ਨਿਕਸਿਓ ਤਬ ਨਾਗ ਬਡੋ ਨਾ ਡਰਿਓ। ਹਾਂਜੀ ਇੱਥੇ ਜਰਾ ਧਿਆਨ ਦਿਓ ਸਾਰੇ ਜਣੇ ਪਾਠ ਤੇ। ਮਨ ਖੋਸਟ ਨਹੀਂ, ਮਨੁੱਖੋ ਸੱਟ, ਮਨੁੱਖੋ ਸੱਟ, ਮਨੁੱਖੋ ਸੱਟ ਸੱਤ, ਮਨੁੱਖੋ ਸੱਟ, ਮਨੁੱਖੋ ਸੱਟ ਇਕੱਠਾ ਪਾਠ ਕਰਨਾ ਜਿਹਦਾ ਭਾਵ ਹੈ ਮਨੁੱਖ ਸੱਤ। ਸੱਤ ਮਨੁੱਖ ਬੰਦੇ ਤੇ ਬੰਦਾ ਖੜਾ ਕਰ ਲਈਏ ਉੱਤੇ ਤਾਂ ਬੰਦ 7 ਬੰਦਿਆਂ ਦੀ ਉਚਾਈ ਹੁੰਦੀ ਹੈ। ਵੀ ਆਮ ਲਾ ਲਓ ਵੀ 5 ਫੁੱਟ ਦਾ ਆਮ ਬੰਦਾ ਲਾ ਲਓ, 5.5 ਦਾ ਲਾ ਲਓ, ਇੰਨੇ ਕੁ ਆਮ ਲਾਈਏ ਆਪਾਂ। 7 5 35 ਫੁੱਟ ਤੇ ਇੱਕ ਫੁੱਟ ਹੋਰ ਲਾ ਲਓ, 35 ਤੇ 7 ਹਾਂ 42 ਫੁੱਟ ਬਣ ਗਿਆ। ਇੰਨਾ ਉੱਚਾ ਪਾਣੀ ਨਿਕਸ਼ਾ ਮਾਰੀ ਛਾਲ ਜਦੋਂ ਮਨੁੱਖੋ ਸੱਟ ਲਾਓ ਜਲ ਊਜ ਪਾਇਓ। ਕ੍ਰਿਸ਼ਨ ਜੀ ਨੇ ਊਜ ਕਦਮ ਕੋ ਤਰਥੋ, ਉੱਥੇ ਇੱਕ ਦਰਖਤ ਸੀਗਾ ਉਹਦਾ ਨਾਮ ਊਜ ਕਦਮ ਹੈ। ਤਲਾਅ ਦੇ ਵਿੱਚ ਕਿਨਾਰੇ ਕਦਮ ਦਾ ਰੁੱਖ ਸੀਗਾ। ਕ੍ਰਿਸ਼ਨ ਜੀ ਨੇ ਉਹ ਕਾਲੀ ਨਾਗ ਨੂੰ ਨੱਥਣ ਲਈ ਮਾਰਨ ਲਈ ਉਹ ਦਰਖਤ ਤੇ ਚੜ ਕੇ ਨਾ ਟੋਭੇ ਦੇ ਵਿੱਚ ਛਾਲ ਮਾਰੀ ਛੱਪੜ ਦੇ। ਉੱਥੇ ਫਿਰ ਪਾਣੀ ਜਦੋਂ ਛਾਲ ਮਾਰੀ ਨਾ ਤੇ ਪਾਣੀ ਇੰਨਾ ਤਾਂ ਉਹਨੂੰ 35 40 ਫੁੱਟ ਪਾਣੀ ਤਾਂ ਉਹਨੂੰ ਉਠਾਉਣਾ ਤੇ ਡੂੰਘਾ ਵੀ ਬਹੁਤ ਹੋਊਗਾ ਫਿਰ ਭਾਈ ਟੋਭਾ। ਮਨੁੱਖੋ ਸੱਟ
7 ਮਨੁੱਖਾ ਜਨ ਉੱਚਾ। ਤੇ ਜਦੋਂ ਛਾਲ ਮਾਰੀ ਫੇਰ ਸੱਪ ਨਿਕਲਿਆ ਵਿੱਚੋਂ ਪਾਣੀ ਦੀ ਛੱਲ ਦੇ ਨਾਲ। ਇਹ ਤਾਂ ਪਾਠ ਕਰਨਾ ਮਨੁੱਖੋ ਸੱਟ, ਮਨੁੱਖੋ ਸੱਟ। ਹਾਂਜੀ ਹਾਂ, ਦੁਬਾਰਾ ਪੜ੍ਹ ਦਿਓ ਸਾਰਾ। ਹਾਂਜੀ। ਸਵਈਆ ਊਚ ਕਦਮ ਹੈ ਕੋ ਤਰ ਥੋ, ਤਿਹ ਪੈ ਚੜ ਕੈ ਹਰ ਕੂਦ ਪਰਿਓ। ਤਿਨ ਸੰਕ ਕਰੀ ਮਨ ਮੈਂ ਨਾ ਕਛੂ ਫੁਨ ਧੀਰ। ਕਛੂ ਤੇ ਵਿਸਰਾਮ ਲਾ ਕੇ ਫੋਨ ਗਾਂ ਲੈ ਜਾਣਾ। ਤਿਨ ਸੰਕ ਕਰੀ ਮਨ ਮੈਂ ਨਾ ਕਛੂ ਫੁਨ ਧੀਰਜ ਗਾੜ ਧਰਿਓ ਨਾ ਟਰਿਓ। ਠੀਕ ਆ। ਮਨੁੱਖੋ ਸਟ ਲਓ ਜਲ ਉੱਚ ਉੱਚ ਪਇਓ। ਨਿਕਸਿਓ ਤਬ ਨਾਗ ਵੱਡੋ ਨਾ ਡਰਿਓ। ਪਟ ਪੀਤ ਧਰੇ ਤਨ ਪੈ ਨਰ ਦੇਖ, ਮਹਾਬਲ ਕੈ ਤਿਨ ਜੁਧ ਕਰਿਓ। ਬਾਂਧ ਲਿਓ ਹਰ ਕੋ ਤਨ ਸੋ, ਕਰ ਕ੍ਰੋਧ ਕਿਦੋ ਤਿਹ ਕੋ ਤਨ ਕਾਟੇ। ਢੀਲੋ ਰਹਿਓ ਹੋਏ ਪੈ ਹਰ ਜੀ, ਪਿਖਿਆਰਨ ਕੇ ਹੀਰੇ ਫੁਨ ਫਾਟੇ। ਇਹ ਵੀ ਪਾਠ ਇਹਨੂੰ ਇਹਦੀ ਪਦਛੇਦ ਕਰਕੇ ਜੇ ਪਿਖਿਆਰਨ, ਪਿਖਿਆਰਨ ਇਕੱਠਾ ਹੀ ਪਿਖਿਆਰਨ, ਵੇਖਣ ਵਾਲਿਆਂ ਦੇ ਪਿਖਿਆਰਨ। ਜੇ ਵੇਖਣ ਵਾਲੇ ਨੇ ਉਹਨਾਂ ਦੇ ਜਿਹੜੇ ਹਿਰਦੇ ਫਾਟੇ ਗਏ। ਜੋ ਕ੍ਰਿਸ਼ਨ ਜੀ ਨੂੰ ਉਹਨੇ ਸਾਰੇ ਸਰੀਰ ਲਪੇਟੇ ਪਾ ਲਏ ਸੱਪ ਨੇ। ਪਿਖਿਆਰਨ ਕੇ ਜਾਂ ਪਿਖ ਯਾਰਨ ਕੇ, ਜਿਹੜੇ ਯਾਰ ਸੀ ਕ੍ਰਿਸ਼ਨ ਜੀ ਦੇ, ਦੇਖ ਕੇ ਉਹਨਾਂ ਦੇ ਹਿਰਦੇ ਫਾਟ ਰਹੇ ਸਨ। ਪਿਖਿਆਰਨ ਕੇ ਜਾਂ ਵੇਖਣ ਵਾਲਿਆਂ ਦੇ, ਅਥਵਾ ਪਿਖ ਯਾਰਨ ਕੇ ਉਹਦੇ ਜੇ ਬੇਲੀ ਸਨ, ਸੰਬੰਧਿਤ ਸਨ, ਉਹਨਾਂ ਦੇ ਹਿਰਦੇ ਪਾਟ ਗਏ। ਫੇਰ ਪਾਠ ਕਰ ਦਿਓ। ਢੀਲੋ ਰਹਿਓ ਹੋਏ ਪੈ ਹਰ ਜੀ, ਪਿਖਿਆਰਨ ਕੇ ਹੀਰੇ ਫੁਨ ਫਾਟੇ। ਰੋਵਤ ਆਵਤ ਹੈ ਪਤਨੀ ਬ੍ਰਿਜ, ਠੋਕਤ ਮੂੰਡ ਉਖਾਰਤ ਝਾਟੇ। ਆਏ ਹੈ ਮਾਰ ਉਸੈ ਨਹੀਂ ਰੋਵਹੁ, ਨੰਦ ਇਹ ਕਰ ਕੈ ਇਨ ਡਾਟੇ। ਬਹੁਤ ਸਾਰੇ ਰੋ ਰਹੇ ਸਨ ਉਹਨਾਂ ਦੇ ਸੰਬੰਧਿਤ। ਤੇ ਰੋਵਤ ਆਵਤ ਹੈ ਪਤਨੀ ਬਿਰਜ, ਕ੍ਰਿਸ਼ਨ ਜੀ ਦੀ ਮਾਤਾ। ਬਿਰਜ ਦੀਆਂ ਹੋਰ ਪਤਨੀਆਂ ਉਹ ਵੀ ਆਪਣੇ ਜੋ ਸਿਰ ਦੇ ਕੇਸ ਪੱਟ ਰਹੀਆਂ ਸਨ। ਉਹਨੂੰ ਇਤਨਾ ਬਹੁਤ ਖਤਰੇ 'ਚ ਸੀ ਨਾ ਕ੍ਰਿਸ਼ਨ ਜੀ, ਕਿਉਂਕਿ ਨਾਗ ਦੇ ਨਾਲ ਫਿਰ ਉਹਨਾਂ ਨੇ ਲਪੇਟੇ ਪਾ ਲਏ ਸੀ ਨਾਗ ਨੇ। ਤੇ ਫਿਰ ਅੱਗੇ ਬਾਬਾ ਆਨੰਦ ਜੀ ਜੋ ਕ੍ਰਿਸ਼ਨ ਦੇ ਪਿਤਾ ਜੀ, ਉਹ ਕਹੇ ਆਏ ਹੈ ਮਾਰ ਉਸੈ, ਉਸੈ ਤੇ ਜਮਕ ਲਾ ਕੇ ਨਹੀਂ ਰੋਵੋ। ਇਹ ਉਸ ਨੂੰ ਮਾਰ ਆਵੇਗਾ, ਰੋਵੋ ਨਾ ਤੁਸੀਂ। ਨੰਦ ਹੈ ਕਹਿ ਕੇ ਮਨ ਡਾਟੇ, ਉਸੈ ਤੇ ਜਮਕ ਲਾ ਕੇ ਹੋਵੋ ਤੇ ਵਿਸਰਾਮ। ਇਸ ਪ੍ਰਕਾਰ ਪੜੋ ਜੀ। ਫੇਰ ਪੜ ਦੋ। ਆਏ ਹੈ ਮਾਰ ਉਸੈ ਨਹੀਂ ਰੋਵਹੁ, ਨੰਦ ਇਹ ਕਹਿ ਕੈ ਇਨ ਡਾਟੇ। ਸਵਈਆ ਕਾਨ ਲਪੇਟ ਵੱਡੋ ਵਹਿ ਪੰਨਗ, ਫੂਕਤ ਹੈ ਅਰ ਕ੍ਰੁੱਧ ਹੈ ਕੈਸੇ। ਅਰ ਕ੍ਰੁੱਧ ਹੈ ਕੈਸੇ। ਕਾਨ ਲਪੇਟ ਵੱਡੋ ਵਹਿ ਪੰਨਗ, ਫੂਕਤ ਹੈ ਕਰ ਕ੍ਰੁੱਧ ਹੈ ਕੈਸੇ। ਹਾਂ, ਕਾਨ ਜੀ ਨੂੰ ਲਪੇਟਿਆ ਹੋਇਆ ਤੇ ਫੁੰਕਾਰੇ ਮਾਰਦਾ ਨਾਗ, ਕਾਲੀ ਨਾਗ। ਹਾਂਜੀ। ਜਿਉ ਧਨ ਪਾਤਰ ਗਏ ਧਨ ਤੇ, ਅਤ ਝੂਰਤ ਲੇਤ ਉਹ ਸਾਸਨ ਤੈਸੇ। ਬੋਲਤ ਜਿਉ ਧਮੀਆਂ ਹਰ ਮੈਂ, ਸੁਰ ਕੇ ਮਦ ਸਵਾਸ ਭਰੇ ਵਹਿ ਐਸੇ। ਭੂਬਰ ਬੀਚ ਭਰੇ ਜਲ ਜਿਉ, ਤਿਹ ਤੇ ਫੁਨ ਹੋਤ ਮਹਾ ਧੁਨ ਜੈਸੇ। ਵਾਹ ਜੀ। ਚਕ੍ਰਿਤ ਹੋਏ ਰਹਿ ਬ੍ਰਿਜ ਬਾਲਕ, ਮਾਰ ਲਏ ਹਰ ਜੀ ਇਹ ਨਾਗੈ ਦਛਨ। ਇਹਦਾ ਅਰਥ ਬਣਨਾ ਭੂਬਰ ਬੀਚ ਪਰੈ ਜਲ ਜਿਉ। ਭੂਬਰ, ਭੁੱਬਲ ਹੁੰਦੀ ਨਾ, ਭੁੱਬਲ। ਜਿਵੇਂ ਲੈ ਲਓ ਵੀ ਚੁੱਲ੍ਹੇ ਦੀ ਅੱਗ ਹੋਵੇ, ਉਹਨੂੰ ਭੁੱਬਲ ਜੀ ਕਹਿ ਦਿੰਦੇ ਨਾ। ਸਵਾਹ ਗਰਮ ਤੋਂ ਜ਼ਿਆਦਾ ਥੋੜ੍ਹੀ ਹੋਵੇ, ਉਹਨੂੰ ਭੂਬਰ ਬੀਜ ਪਰੈ ਜਲ ਜਿਉ। ਜਦੋਂ ਭੁੱਬਲ ਦੇ ਜਲ ਪੈ ਜਾਂਦਾ ਨਾ, ਤੇ ਉਹਦੀ ਫਿਰ ਆਵਾਜ਼ ਆਉਂਦੀ ਨਾ, ਛੂ ਛੂ ਛੂ। ਇਹ ਐਂ ਉਹਦੀ ਆਵਾਜ਼ ਆ ਰਹੀ ਹੈ, ਭਾਵ ਫੁੰਕਾਰੇ ਮਾਰਦਾ ਸੱਪ। ਭੂਪਰ ਬੀਚ ਪਰੇ ਜਲ ਜਿਉ। ਭੂਪਰ ਕਹਿੰਦੇ ਨਾ, ਭੂਬਰ। ਹਾਂਜੀ।
ਭੂਬਰ ਭੁੱਬਲ ਠੀਕ ਹੈ। ਭੂਬਰ, ਭੂਬਰ ਬੀਜ ਭਰੇ ਜਲ ਇਹ ਜਿਉ। ਸਾਰੇ ਧਿਆਨ ਰੱਖਿਓ। ਭੂ ਭਰ ਨਹੀਂ ਕਹਿਣਾ, ਭੂਬਰ ਇਕੱਠਾ ਕਹਿਣਾ, ਭੂਬਰ। ਭੂਬਰ ਬੀਚ ਭਰੇ ਜਲ ਜਿਉ। ਤਿਹ ਤੇ ਫੁਨ ਹੋਤ ਮਹਾ ਧੁਨ ਜੈਸੇ। ਚਕ੍ਰਿਤ ਹੋਏ ਰਹੈ ਬ੍ਰਜ ਬਾਲਕ। ਮਾਰ ਲਏ ਹਰ ਜੀ ਇਹ ਨਾਗੈ। ਦਛਨ ਤੀ ਭੁਜਾ ਗਹਿ ਕੈ। ਇਹ ਮਤ ਲੱਗੈ ਦੁਖ ਓ ਸੁਖ ਭਾਗੈ। ਖੋਜਤ ਖੋਜ ਸਭੈ ਬ੍ਰਿਜ ਕੇ ਜਨ। ਕੌਤਕ ਦੇਖ ਲਇਓ ਇਹ ਆਗੈ। ਸਿਆਮਹਿ ਸਿਆਮ ਬਡੋ ਇਹ ਕਾਟਤ। ਜਿਉ ਰੁਚਕੈ ਨਰ ਖਾਵਤ ਸਾਗੈ। ਸ਼ਮ ਹੈ ਸ਼ਾਮ, ਸ਼ਮ ਹੈ ਕ੍ਰਿਸ਼ਨ ਜੀ ਨੂੰ ਸ਼ਾਮ ਕਾਲੇ ਨਾਗ ਦਾ ਜਿਹੜਾ ਕਾਲਾ ਨਾਗ ਆ ਉਹ ਖਾ ਰਿਹਾ, ਵੱਡਾ ਕਾਲਾ ਸੱਪ। ਸ਼ਮ ਹੈ ਥੋੜਾ ਜਿਹਾ ਇੱਥੇ ਜਮਕ ਲੱਗ, ਸ਼ਮ ਹੈ ਸ਼ਾਮ ਵੱਡੋ ਇਹ ਕਾਟਤ, ਕਾਟ ਤੇ ਵਿਸਰਾਮ, ਸ਼ਮ ਹੈ ਤੇ ਜਮਕੀ ਲੱਗ, ਸ਼ਮ ਹੈ ਸ਼ਾਮ ਵੱਡੋ ਇਹ ਕਾਟਤ। ਜਿਉ ਰੁਚਕੈ ਨਰ ਖਾਵਤ ਸਾਗੈ। ਸਿਆਮਹਿ ਸਿਆਮ ਬਡੋ ਇਹ ਕਾਟਤ। ਜਿਉ ਰੁਚਕੈ ਨਰ ਖਾਵਤ ਸਾਗੈ। ਰੋਵਨ ਲਾਗ ਜਬੈ ਜਸੋਦਾ। ਚੁਪ ਤਾਹਿ ਕਰਾਵਤ ਪੈ ਜੋ ਅਲੀ ਹੈ। ਦੈਤ ਤ੍ਰਿਨਾਵਰਤ ਔਰ ਬੱਕੀ। ਬਾ ਬਕਾਸਰ ਹਨੇ ਇਹ ਕਾਨ ਬਲੀ ਹੈ। ਆਏ ਹੈ ਮਾਰ ਅਬੈ ਇਹ ਸੰਪ ਹੈ। ਬੋਲ ਉਠਿਓ ਇਹ ਭਾਂਤ ਹਲੀ ਹੈ। ਤੋਰ ਡਰੈ ਸਭ ਹੀ ਇਹ ਕੇ ਫਨ। ਪੈ ਕਰਨਾ ਨਿਦ ਜੋਰ ਛਲੀ ਹੈ। ਕਬਿਓ ਬਾਚ ਸਵਈਆ। ਜਾਨ ਦੁਖੀ ਆਪਣਿਓ ਜਨ ਕਉ। ਆਪਨੋ ਤਨ ਤਾ ਤੇ ਛਡਾਏ ਲਿਓ ਹੈ। ਬਕਤਰ ਬਿਲੋਕ ਬਡੋ ਵਹਿ ਪੰਨਗ। ਪੈ ਮਨ ਭੀਤਰ ਕ੍ਰੋਧ ਭਇਓ ਹੈ। ਸੋ ਫਨ ਕੋ ਸੋ ਫੁਲਾਏ ਉਚਾਏ ਕੈ। ਸਾ ਮੁਹਤਾਹਿ ਘਤਾਏ ਗਇਓ ਹੈ। ਕੂਦ ਕੇ ਕਾਨ ਬਚਾਏ ਕੇ ਦਾਵ ਹੈ। ਉਪਰ ਮਾਥ ਜੋ ਠਾਡੋ ਭਇਓ ਹੈ। ਸਵਈਆ ਕੂਦਤ ਹੈ ਚੜ ਕੇ ਸਿਰ ਊਪਰ। ਸਰਾਉਣ ਸੰਬੂਹ ਚਲੈ ਸਿਰ ਤਾਤੇ। ਪ੍ਰਾਨ ਲਗੇ ਛੁਟਨੇ ਜਬ ਹੀ। ਛਿਨ ਮੈਨ ਗਈ ਉਡ ਕੇ ਮੁਖਰਾ ਤੇ। ਤਉ ਹਰ ਜੀ ਬਲ ਕੈ ਤਨ ਕੋ। ਸਰ ਤੀਰ ਨਿਕਾਸ ਲਿਓ ਬਹੁ ਭਾਂਤੇ। ਜਾਤ ਬਡੋ ਸਰ ਤੀਰ ਬਹਿਓ। ਰਸਰੇ ਬੰਦ ਖੈਂਚਤ ਹੈ ਚਹੂ ਘਾਤੇ। ਰਸਰੇ ਰੱਸਿਆਂ ਨਾਲ ਬੰਨ ਕੇ ਖਿੱਚਦੇ ਨੇ। ਰਸਰੇ ਬੰਦ ਖੈਂਤ ਹੈ ਚਹੂ ਘਾਤ, ਚਾਰੇ ਪਾਸਾਂ ਤੋਂ ਖਿੱਚਦੇ ਨੇ। ਕਾਲੀ ਨਾਗ ਕੀ ਤ੍ਰਿਓ ਬਾਚ ਸਵਈਆ। ਹੁਣ ਕਾਲੀ ਨਾਗ ਨੂੰ ਜਦੋਂ ਪਕੜਿਆ ਹੋਇਆ ਹੈ, ਫੜ ਲਿਆ, ਰੱਸੇ ਬੰਨ ਕੇ ਖਿੱਚੀ ਜਾਂਦੇ ਨੇ ਤੇ ਉਹਦੀਆਂ ਇਸਤਰੀਆਂ ਆ ਗਈਆਂ ਨੇ ਬਾਹਰ। ਉਹ ਕ੍ਰਿਸ਼ਨ ਜੀ ਨੂੰ ਅੱਗੇ ਫਿਰ ਬੇਨਤੀਆਂ ਕਰਦੀਆਂ, ਸਰਵਣ ਕਰੀਏ ਜੀ। ਸਵਈਆ ਤੋ ਤਿਹ ਕੀ ਤਿਰਿਆ। ਸਭ ਹੀ ਸੁਤ ਅੰਜਲ ਜੋਰ ਕਹਿਓ ਕਿ ਗਿਆਵੈ। ਰਚ ਕਰੋ ਇਹ ਕੀ ਹਰ ਜੀ। ਤੁਮ ਪੈ ਬਰਦਾਨ ਇਹ ਹਮ ਪਾਵੈ। ਅੰਮ੍ਰਿਤ ਦੇਤ ਵਹ ਹਮ ਲਿਆਵਤ। ਬਿਖ ਦਈ ਵਹ ਹੀ ਹਮ ਲਿਆਵੈ। ਦੋਸ ਨਹੀਂ ਹਮਰੇ ਪਤ ਕੋ ਕਛ। ਬਾਤ ਕਹੈ ਅਰ ਸੀਸ ਝੁਕਾਵੈ। ਤਰਾਸ ਬਡੋ ਇਹ ਕੇ ਰਿਪ ਕੋ ਕਰ। ਭਾਗ ਸਦਾ ਮਦ ਆਏ ਛਪੇ ਥੇ। ਗਰਭ ਬਡੋ ਹਮਰੇ ਪਤ ਮੈਂ। ਅਬ ਜਾਨ ਹਮੈ ਹਰ ਨਾਹਿ ਜਪੇ ਥੇ। हे ਜਗ ਕੇ ਪਤ हे ਕਰਨਾ ਨਿਦ। ਤੈ ਦਸ ਰਾਵਨ ਸੀਸ ਕਪੇ ਥੇ। ਮੂਰਖ ਬਾਤ ਜਨੀ ਨਾ ਕਛੂ। ਪਰਵਾਰ ਸਨੈ ਹਮ ਇਉ ਹੀ ਖਪੇ ਥੇ। ਕਾਨ ਬਾਚ ਕਾਲੀ ਸੋ ਸਵਈਆ। ਇਹਨੂੰ ਕਾਲੀ ਪਾਠ ਬੋਲਣਾ, ਕਾਲੀ ਨਹੀਂ ਕਹਿਣਾ, ਕਾਲੀ। ਕਾਲੀ ਨਾ ਕਹਿਣਾ ਤੇ ਕਾਲੀ ਪਾਠ ਨਹੀਂ ਕਰਨਾ। ਤੇ ਆਦਿ ਮਹਾਰਾਜ ਚ ਵੀ ਇਹ ਪਾਠ ਉੱਥੇ ਕਾਲੀ ਹੀ ਕੀਤਾ ਜਾਵੇ। ਉਹ ਆਉਂਦਾ ਨਾ ਆਦਿ ਮਹਾਰਾਜ ਦੇ ਵਿੱਚ ਪਾਠ,
ਜੀ ਦਾਨ ਕਾਲੀ ਕੋ ਦੀਆ, ਉੱਥੇ ਹੀ ਪਾਠ ਕਾਲੀ ਪਾਠ ਹੀ ਕਰਨਾ, ਕਾਲੀ ਨਹੀਂ ਕਰਨਾ। ਜੀ ਦਾਨ ਕਾਲੀ ਕੋ ਦੀਆ, ਤੇ ਇੱਥੇ ਵੀ ਕਾਲੀ ਪਾਠ ਕਰਨਾ, ਕਾਲੀ ਨਾਗ। ਹਾਂਜੀ। ਕਾਨ ਬਾਚ ਕਾਲੀ ਸੋ ਸਵਈਆ, बोल उठ्यो तब यो हर जी, अब छाड़त हौ तुम दक्षिण जइयो, रंचक ना बसियो सर मैं, सब ही सुत लै संग बाटह पइयो, शीघ्रता ऐसी करो तुम हूँ, त्रिया लियो अर नाम सो लियो। लियो शीघ्रता ऐसी करो तुम हूँ, त्रिया लइयो अर नाम सो लइयो, छोड़ दयो हर नाग बडो, थक जाए के मद बरेतन पइयो, कबियो बाच सवैया, हेर बडो हर भै वह पन्नग, पै अपने गृह को उठ भागा, बारू के मद गयो पर कै, जन सोए रहियो सुख कै निस जागा, गर्भ गयो गिर कै तेह को, रन कै हर के रस सो अनुरागा, लेट रहियो कर कै उपमा, एह डार चले किरसान सुहागा, सुध भई जब ही ओह को, तब ही उठ कै हर पाए न लाग्यो, पौड़ रहियो थक कै सुन मो, पत जाए लगियो जब ही फुन जाग्यो। मेरा बसाम पौड़ रहो बक कै सुन मोह, पत पाए लगो जब ही फुन जाग्यो, सुध पई जब ही ओह को। जो उसनू होश आई ना काली नाग नू, फिर उठ के कृष्ण जी के चरणों ते डिग पिया, घिआउण लग गया, ਅਤੇ ਨਾਲ ਹੀ ਇਹ ਕਹਿਣ ਲੱਗਾ, ਬੇਨਤੀਆਂ ਕਰਦਾ, ਇਹ ਮੇਰੇ ਸੁਆਮੀ ਸੁਣੋ, ਮੈਂ ਥੱਕ ਕੇ ਲੇਟ ਗਿਆ ਸਾਂ, ਜਦੋਂ ਜਾਗਾ ਤਾਂ ਚਰਨਾਂ ਦੀ ਛੋਹ ਪ੍ਰਾਪਤ ਕਰਨ ਆ ਗਿਆ ਮੈਂ। ਹੇ ਕ੍ਰਿਸ਼ਨ ਜੀ, ਜੋ ਥਾਂ ਤੁਸੀਂ ਮੈਨੂੰ ਦਿੱਤੀ ਸੀ ਮੇਰੇ ਲਈ ਉਹ ਚੰਗੀ ਆ। ਉਹਨੇ ਕਿਹਾ ਨਾ ਵੀ ਚਲ ਜਾ ਇੱਧਰੋਂ, जिथे तुम कहोगे मैं जाऊँगा। अगली पंक्ति, दी धर मोर सो नैक बिकै, जो तुम मैंने धरती दी चंगी है। अगली पंक्ति है, जो मैंने धरती दी चंगी है, ये गल ठीक है। एक गल होर है भी उधर उठ के मैं भज जाना, ते उधर गरड़ का डर है, मैनू गरड़ना पै जाए। तब कृष्ण जी कहन लगे ने भी तेरे सिर उत्ते मेरे पैरों के निशान वेख के गरड़ तेनू कुछ नहीं कहेगा, तेनू मारेगा ना, क्योंकि गरड़ मेरा वाहन है, वो मेरे रस विच पूरी तरह भरिया होया है, मेरे रस विच वो लग्या होया, तेनू कुछ नहीं कहता। फिर सारा ही उत्थों लग गया पढ़न। सुध दई सुध भई जब ही ओह को, तब ही उठ कै हर पाए न लाग्यो, पौड़ रहे। सुध दई नहीं, सुध पई, जदों शुद्धता हो गई, होश विच आ गया, पहला बेहोश करके सुटता ही ना बाहर किनारे ते टोबे चो कट गया। सुध भई जब ही ओह को, तब ही उठ कै हर पाए न लाग्यो, पौड़ रहियो थक कै सुन मो, पत पाए लग्यो जब ही फुन जाग्यो, दी धर मोर सो नैक बिखै तुम, कान कही तेह को उठ भाग्यो, देख लता तुम कौन बदै, मम बाहन मो रस मोह अनुराग्यो। इत श्री बचित्र नाटक ग्रंथे कृष्णावतारे काली नाग निकारबो वर्णनं। काली नाग सीगा वो टोबे च किस सी ते उत्थे कृष्ण जी नूं कढ़िया, बड़ा जंग होया। मैं पहले भी दस्सिया, बेनती की भी कई बार ये कैलेंडर मिलता, फोटो मिलती कृष्ण जी उत्ते नाग ते जो ਉਹਦੇ फण ਦੇ ਉੱਤੇ खड़े होए आ, बंसरी बजा रहे हैं।
ਇਹ ਕਈ ਵਾਰੀ ਫੋਟੋ ਨਿਕਲਦੀ। ਤੇ ਇਹ ਕੱਲ ਵੀ ਬੇਨਤੀ ਕੀਤੀ ਸੀ ਤੋ ਇਤਿਹਾਸ ਚਲਦੇ ਚਲਦੇ ਵਿੱਚ ਜੋ ਬਾਣੀ ਆਦ ਬਾਣੀ ਦੀ ਪਾਵਨ ਪਵਿੱਤਰ ਪੰਕਤੀ ਹੈ ਉਹ ਕਾਲੀ ਜੀ ਦਾਨ ਕਾਲੀ ਕੋਦੀ ਆ, ਉਹਦੀ ਵਿਆਖਿਆ ਹੀ ਸਾਰੀ ਆਪਾਂ ਪੜ੍ਹੀ ਆ ਤੇ ਇੱਥੇ ਸਮਾਪਤੀ ਆ ਇਸ਼ਤਿਹਾਰ ਦੀ। ਗੁਰੂ ਪਾਤਸ਼ਾਹ ਰਹਿਮਤ ਕਰਨ। ਅੱਗੇ ਫਿਰ ਜੋ ਆਊਗਾ ਪ੍ਰਸੰਗ ਉਹ ਕੇ ਦਰਸ਼ਨਦਾਰੇ ਕਰਾਂਗੇ। ਆ ਪਿਛਲੀਆਂ ਪੰਕਤੀਆਂ ਫੇਰ ਪੜ੍ਹ ਗਏ ਜੀ। ਦੀ ਧਾਰ ਮੋਰ ਸੋ ਨਾਇਕ ਬਿਖੈ ਤੁਮ, ਕਾਨ ਕਹੇ ਤੇ ਕੋ ਉਠ ਭਾਗਿਓ, ਦੇਖ ਲਤਾ ਤੁਮ ਕੋ ਨਾ ਬਧੈ, ਮਮ ਬਾਹਨ ਮੋ ਰਸ ਮੋ ਅਨਰਾਗਿਓ। ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਕ੍ਰਿਸ਼ਨਾਵਤਾਰੀ ਕਾਲੀ ਨਾਗ ਨਿਕਾਰਬੋ ਵਰਣਨੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।